ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਸੰਜੀਵ ਯਸ਼ ਖੰਨਾ। NRI ਵਰਡ ਦੇ ਵਿੱਚ ਸਵਾਗਤ। ਅਸੀਂ ਸਾਰੇ ਮੁਜਰਿਮ ਹਾਂ। ਵੀ ਆਲ ਆਰ ਕ੍ਰਿਮੀਨਲਸ। ਕਦੀ ਸੋਚ ਕੇ ਦੇਖੀਏ ਆਪਣੇ ਵਿਚਾਰਾਂ ਦੇ ਵਿੱਚ, ਆਪਣੀਆਂ ਸੋਚਾਂ ਦੇ ਵਿੱਚ ਅਸੀਂ ਇੱਦਾਂ ਦੇ ਕੰਮ ਕੀਤੇ ਨੇ, ਔਰ ਕਈ ਕੰਮ ਅਸੀਂ ਪ੍ਰੈਕਟੀਕਲੀ ਇੱਦਾਂ ਦੇ ਕੀਤੇ ਨੇ। ਹਾਂ, ਇਹ ਵੱਖਰੀ ਗੱਲ ਹੈ ਕਿ ਅਸੀਂ ਫੜੇ ਨਹੀਂ ਗਏ, ਪਰ ਅਸੀਂ ਕ੍ਰਾਈਮ ਸਭ ਨੇ ਕੀਤੇ ਨੇ ਕਿਸੇ ਨਾ ਕਿਸੇ ਲੈਵਲ ਦੇ ਉੱਤੇ, ਹੈ ਨਾ। ਕਿਸੇ ਬਾਰੇ ਮਾੜਾ ਸੋਚਣਾ ਵੀ ਤਾਂ ਇੱਕ ਕ੍ਰਾਈਮ ਹੈ। ਕਿਸੇ ਬਾਰੇ ਕਿਸੇ ਹੱਦ ਤੱਕ ਮਾੜਾ ਕਰਨਾ ਵੀ ਤਾਂ ਕ੍ਰਾਈਮ ਹੈ। ਭਾਵੇਂ ਉਹ ਕੋਰਟ ਆਫ ਲਾਅ ਦੇ ਵਿੱਚ ਉਹਨੂੰ ਟਰਾਇਲ ਨਹੀਂ ਕੀਤਾ ਜਾ ਸਕਦਾ, ਪਰ ਅਸੀਂ ਜਾਣਦੇ ਹਾਂ, ਅਸੀਂ ਗਲਤੀਆਂ ਕਰਦੇ ਹਾਂ, ਔਰ ਉਹਨੂੰ ਜੇ ਕ੍ਰਾਈਮ ਦੀ ਨਜ਼ਰ ਨਾਲ ਦੇਖੋ, ਵੀ ਆਲ ਆਰ ਕ੍ਰਿਮੀਨਲਸ। ਸੋ ਹੁਣ ਕੋਰਟ ਦੀ ਗੱਲ ਆਪਾਂ ਕਰੀਏ। ਕੋਰਟ ਦੇ ਵਿੱਚ ਟਰਾਇਲਸ ਹੁੰਦੇ ਨੇ। ਇੰਟਰਨੈਸ਼ਨਲ ਕੋਰਟ ਆਫ ਜਸਟਿਸ ਦੇ ਵਿੱਚ ਟਰਾਇਲ ਹੁੰਦਾ ਹੈ। ਹੁਣ ਅਸੀਂ ਦੇਖਦੇ ਹਾਂ ਇਜ਼ਰਾਈਲ ਦਾ ਹਮਲਾ, ਫਿਲਿਸਤੀਨ, ਹਮਾਸ ਉਹਦੇ ਵਿੱਚ ਇਨਵੋਲਵ ਹੈ। ਕਈ ਦਿਨਾਂ ਤੋਂ ਅਸੀਂ ਇਸ ਦੀ ਚਰਚਾ ਕਰਦੇ ਪਏ ਹਾਂ। ਇੰਟਰਨੈਸ਼ਨਲ ਕੋਰਟ ਆਫ ਜਸਟਿਸ ਨੇ ਕਿਹਾ ਕਿ ਇਹ ਨਸਲਕੁਸ਼ੀ ਰੋਕ ਦੇਣੀ ਚਾਹੀਦੀ ਹੈ ਇਜ਼ਰਾਈਲ ਨੂੰ, ਔਰ ਅਸੀਂ ਸਾਰੇ ਇਹ ਗੱਲ ਕਰਦੇ ਰਹੇ ਹਾਂ ਕਿ ਇਹ ਇੱਕ ਤਰ੍ਹਾਂ ਦੀ ਨਸਲਕੁਸ਼ੀ ਹੈ, ਔਰ ਇਹ ਪਹਿਲੀ ਵਾਰ ਨਹੀਂ ਹੋ ਰਿਹਾ ਇਸ ਧਰਤੀ ਦੇ ਉੱਤੇ। ਕਿੰਨੀ ਵਾਰ ਪਹਿਲਾਂ ਵੀ ਹੋ ਚੁੱਕਾ ਹੈ। ਫਸਟ ਵਰਲਡ ਵਾਰ, ਸੈਕੰਡ ਵਰਲਡ ਵਾਰ, ਔਰ ਅਦਰਵਾਈਜ਼ ਵੀ ਕਿਸੇ ਹੋਰ ਰੰਗ ਰੂਪ ਦੇ ਵਿੱਚ ਇਹ ਨਸਲਕੁਸ਼ੀ ਚੱਲਦੀ ਹੈ। ਹੁਣ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਨੇ ਜੋ ਡਿਸੀਜ਼ਨ ਦਿੱਤਾ, ਉਹਦੇ ਵਿੱਚ ਬੜੀਆਂ ਟਵਿਸਟ ਐਂਡ ਟਰਨਸ ਨੇ। ਉਹਦੇ 'ਚ ਸੀਜ਼ ਫਾਇਰ ਦੀ ਕੋਈ ਗੱਲ ਨਹੀਂ ਹੋ ਰਹੀ। ਉਹਦੇ ਵਿੱਚ ਇਹ ਗੱਲ ਹੋ ਰਹੀ ਹੈ ਕਿ ਨਸਲਕੁਸ਼ੀ ਨਹੀਂ ਹੋਣੀ ਚਾਹੀਦੀ। ਇਸ ਤੋਂ ਇਲਾਵਾ ਹੋਰ ਵੀ ਸਟੋਰੀਜ਼ ਨੇ ਜੋ ਅਸੀਂ ਅੱਜ ਡਿਸਕਸ ਕਰਨੀਆਂ ਨੇ। ਜੋ ਬਾਈਡਨ ਐਂਡ ਡੋਨਲਡ ਟਰੰਪ ਦੇ ਬਾਰੇ ਗੱਲਬਾਤ ਕਰਾਂਗੇ, ਔਰ ਇੰਡੀਆ ਦੇ ਵਿੱਚ ਵੀ ਜੋ 2024 ਦੀਆਂ ਇਲੈਕਸ਼ਨਸ ਨੂੰ ਲੈ ਕੇ ਅਸੀਂ ਗੱਲ ਕਰਦੇ ਹਾਂ, ਉਹਦਾ ਕੀ ਪ੍ਰਭਾਵ ਪਏਗਾ ਇੰਟਰਨੈਸ਼ਨਲ ਪੋਲਿਟਿਕਸ ਦੇ ਉੱਤੇ, ਇਹ ਵੀ ਗੱਲਬਾਤ ਕਰਾਂਗੇ। ਸੋ NRI ਵਰਡ ਦੇ ਵਿੱਚ ਅੱਜ ਅਸੀਂ ਇਹ 3 ਸਟੋਰੀਜ਼ ਲੈ ਰਹੇ ਹਾਂ। ਸ਼ੁਰੂਆਤ ਕਰਾਂਗੇ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਤੋਂ, ਔਰ ਮੇਰੇ ਨਾਲ ਸਟੂਡੀਓਜ਼ ਦੇ ਵਿੱਚ ਮੌਜੂਦ ਨੇ ਮੈਡਮ ਆਸ਼ਿਮਾ ਸਾਹਨੀ, ਜੋ ਕਿ ਪ੍ਰੋਫੈਸਰ ਨੇ ਪੋਲੀਟੀਕਲ ਸਾਇੰਸ ਦੇ, ਔਰ KMV ਕਾਲਜ ਤੋਂ ਨੇ, ਔਰ ਇਹਨਾਂ ਦਾ ਜੋ ਐਕਸਪਰਟੀਜ਼ ਹੈ ਉਹ ਹੈ ਫੋਰਨ ਪਾਲਿਸੀ, ਫੋਰਨ ਪੋਲਿਟਿਕ ਔਰ ਇੰਟਰਨੈਸ਼ਨਲ ਪੋਲਿਟਿਕਸ। ਯਾਨੀ ਕਿ ਇਹ ਤਮਾਮ ਗੱਲਾਂ ਜੋ ਅੱਜ ਅਸੀਂ ਕਰਨੀਆਂ ਨੇ, ਉਸ ਦੇ ਬਾਰੇ ਕਾਫੀ ਜ਼ਿਆਦਾ ਐਨਾਲਾਈਸਿਸ ਕਰਕੇ ਇਹ ਆਏ ਨੇ, ਔਰ ਸਾਨੂੰ ਕਾਫੀ ਐਨਲਾਈਟਨ ਕਰਨਗੇ ਇਹਨਾਂ ਸਬਜੈਕਟਸ ਦੇ ਉੱਤੇ। ਮੈਮ, ਫਸਟ ਆਫ ਆਲ ਵੈਲਕਮ ਟੂ NRI ਵਰਡ। ਥੈਂਕ ਯੂ ਜੀ। ਸੋ ਇੰਟਰਨੈਸ਼ਨਲ ਕੋਰਟ ਆਫ ਜਸਟਿਸ, ਅਸੀਂ ਸਾਰੇ ਜਾਣਦੇ ਹਾਂ ਕਿ ਕੋਰਟਸ ਕੀ ਹੁੰਦੀਆਂ ਨੇ, ਜਸਟਿਸ ਕੀ ਹੁੰਦਾ ਹੈ, ਔਰ ਅਸੀਂ ਹਮੇਸ਼ਾ ਕਹਿੰਦੇ ਹਾਂ ਕਿ ਹਿਊਮਨ ਰਾਈਟਸ ਐਂਡ ਸੋਸ਼ਲ ਜਸਟਿਸ। ਪਰ ਕਈ ਵਾਰ ਹਿਊਮਨ ਰਾਈਟਸ ਔਰ ਸੋਸ਼ਲ ਜਸਟਿਸ ਜਦੋਂ ਅਸੀਂ ਦੇਖਦੇ ਐਗਜ਼ਿਸਟ ਨਹੀਂ ਕਰਦੇ, ਤਾਂ ਅਸੀਂ ਅਪਰੋਚ ਕਰਦੇ ਹਾਂ ਇੰਟਰਨੈਸ਼ਨਲ ਕੋਰਟ ਆਫ ਜਸਟਿਸ। ਔਰ ਉੱਥੇ ਕਿਸੇ ਇੰਡੀਵਿਜੂਅਲ ਦਾ ਕੇਸ ਤੇ ਹੁੰਦਾ ਨਹੀਂ, ਸਟੇਟਸ ਦਾ ਕੇਸ ਹੁੰਦਾ ਕਿ ਕਿਸੇ ਟਾਈਮ 2 ਸਟੇਟਸ ਨੇ ਆਪਸ ਦੇ ਵਿੱਚ ਕੋਈ ਗੱਲਬਾਤ ਕੀਤੀ ਸੀ, ਉਹ ਬਰੀਚ ਕੀਤੀ ਹੈ, ਉਹ ਕੰਟਰੈਕਟ ਬਰੀਚ ਕੀਤਾ ਹੈ, ਜਾਂ ਕਿਸੇ ਹੋਰ ਤਰ੍ਹਾਂ ਦਾ ਕੋਈ ਕ੍ਰਾਈਮ ਕੀਤਾ ਹੈ ਜੋ ਹਿਊਮੈਨਿਟੀ ਦੇ ਖਿਲਾਫ ਹੈ, ਜੋ ਇੱਕ ਇੰਡੀਵਿਜੂਅਲ ਨਹੀਂ ਹੈ ਬਲਕਿ ਪੂਰੀ ਸੁਸਾਇਟੀ ਦੇ ਖਿਲਾਫ ਹੈ, ਤਾਂ ਇੱਕ ਸਟੇਟ ਦੂਸਰੀ ਸਟੇਟ ਦਾ ਉੱਥੇ ਜਾ ਕੇ ਸ਼ਿਕਾਇਤ ਕਰਕੇ ਉਹਨੂੰ ਟਰਾਇਲ ਵਾਸਤੇ ਸੱਦਦੀ ਹੈ। ਇਹ ਤਮਾਮ ਗੱਲਾਂ ਅਸੀਂ ਦੇਖਦੇ ਹਾਂ, ਔਰ ਵਰਲਡ ਵਾਰ ਸੈਕੰਡ ਤੋਂ ਬਾਅਦ ਇਹ ਚੀਜ਼ ਐਗਜ਼ਿਸਟੈਂਸ ਦੇ ਵਿੱਚ ਆ ਜਾਂਦੀ ਹੈ। 1946 ਦੇ ਕਰੀਬ, 47 ਦੇ ਕਰੀਬ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਆ ਜਾਂਦਾ ਹੈ, ਔਰ ਉਸ ਤੋਂ ਬਾਅਦ ਲਗਾਤਾਰ ਆਪਣਾ ਕੰਮ ਕਰ ਰਿਹਾ ਹੈ। ਔਰ ਇਸ ਵਕਤ ਜੋ ਕੇਸ ਪੈਂਡਿੰਗ ਹੈ, ਅਫਰੀਕਨ ਕੰਟਰੀਜ਼ ਨੇ ਉਹਦੇ ਉੱਤੇ ਇਲਜ਼ਾਮ ਲਗਾਇਆ ਇਜ਼ਰਾਈਲ ਦੇ ਉੱਤੇ ਕਿ ਨਸਲਕੁਸ਼ੀ ਹੁੰਦੀ ਪਈ ਹੈ, ਔਰ ਫਿਲਿਸਤੀਨ ਦੇ ਵਿੱਚ, ਔਰ ਹਮਾਸ ਔਰ ਗਾਜ਼ਾ ਪੱਟੀ, ਇਹ ਸਭ ਅਸੀਂ ਡਿਸਕਸ ਕਰਦੇ ਰਹੇ ਹਾਂ। ਹੁਣ ਜਿਹੜੀ ਇਹ ਜਜਮੈਂਟ ਆਈ ਹੈ, ਬੜੀਆਂ ਟਵਿਸਟ ਐਂਡ ਟਰਨਸ ਨੇ ਇਹਦੇ ਵਿੱਚ, ਔਰ ਐਗਜ਼ੈਕਟਲੀ ਮਤਲਬ ਇੱਕ ਧੁੰਦ ਹੈ ਜਿਹਦੇ ਵਿੱਚ ਕੀ ਸੱਚਾਈ ਹੈ ਕੁਝ ਸਮਝ ਨਹੀਂ ਆ ਰਹੀ। ਔਰ ਕਈ ਵਾਰ ਇਹ ਲੱਗਦਾ ਕਿ ਇਟਸ ਆਲ ਮੈਨੀਪੂਲੇਸ਼ਨਸ, ਇਹ ਸਾਰੀ ਗੇਮ ਹੈ, ਕਿਉਂਕਿ ਅਸੀਂ ਦੇਖਦੇ ਹਾਂ ਕਿ UNO ਦੇ ਵਿੱਚ ਵੀ ਜੋ ਵੀਟੋ ਪਾਵਰ ਦਾ ਇਸਤੇਮਾਲ ਹੋਇਆ, ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਉਂਸਲ ਦੇ ਵਿੱਚ ਵੀ ਅਮਰੀਕਾ ਨੇ ਵੀਟੋ ਪਾਵਰ ਦਾ ਇਸਤੇਮਾਲ ਕੀਤਾ, ਉਸ ਤੋਂ ਬਾਅਦ ਰਿਜ਼ਲਟ ਤਾਂ ਕੁਝ ਵੀ ਨਹੀਂ ਹੈ, ਚੱਲਦਾ ਤਾਂ ਉਹੀ ਕੁਝ ਪਿਆ। ਸੋ ਇਹਦਾ ਕੀ ਵੈਲਿਊ ਹੈ? ਇਹਨੂੰ ਕੋਈ ਮੰਨੇਗਾ ਕਿ ਨਹੀਂ ਮੰਨੇਗਾ? ਇਹਦੀ ਕੀ ਵੈਲਿਊ, ਕੀ ਇੰਪੋਰਟੈਂਸ ਹੈ ਇਹਦੀ? ਦੇਖੋ, ਤੁਸੀਂ ਜੈਨੋਸਾਈਡ ਦੀ ਗੱਲ ਕੀਤੀ ਹੈ ਕਿ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਨੇ ਇਜ਼ਰਾਈਲ ਨੂੰ ਇਹ ਕਿਹਾ ਹੈ ਕਿ ਤੁਸੀਂ ਜੈਨੋਸਾਈਡ ਨਹੀਂ ਕਰਨੀ। ਵਾਟ ਅਬਾਊਟ ਦ ਜੈਨੋਸਾਈਡ ਆਫ ਪੋਲੀਟੀਕਲ ਵੈਲਿਊਜ਼, ਆਫ ਹਿਊਮਨ ਵੈਲਿਊਜ਼? ਉਹ ਵੀ ਥਰੂ ਦੀ ਇੰਟਰਨੈਸ਼ਨਲ ਇੰਸਟੀਟਿਊਸ਼ਨਸ, ਸੋ ਕਾਲਡ ਜਿਹੜਾ ਵਰਲਡ ਦਾ ਸਟਰਕਚਰ ਹੈ। ਚਲੋ ਖੈਰ, ਅਸੀਂ ਪਹਿਲੇ ਇੰਟਰਨੈਸ਼ਨਲ ਕੋਰਟ ਆਫ ਜਸਟਿਸ 'ਤੇ ਆਉਂਦੇ ਹਾਂ। ਇੰਟਰਨੈਸ਼ਨਲ ਕੋਰਟ ਆਫ ਜਸਟਿਸ ਨੇ ਦੇਖੋ ਇਹ ਸਿੱਧਾ ਇੰਨੀ ਹਮਾਕਤ ਨਹੀਂ ਕੀਤੀ ਕਿ ਇਜ਼ਰਾਈਲ ਨੂੰ ਸਿੱਧਾ ਕਿਹਾ ਜਾਵੇ ਕਿ ਤੁਸੀਂ ਇਹ ਲੜਾਈ ਬੰਦ ਕਰ ਦਿਓ। ਉਹਨਾਂ ਨੇ ਇਹ ਸਿੱਧਾ ਨਹੀਂ ਕਿਹਾ। ਉਹਨਾਂ ਨੇ ਇਹ ਕਿਹਾ ਕਿ ਤੁਸੀਂ ਇੱਦਾਂ ਦੇ ਮੈਜਰਸ ਲਓ, ਇੱਦਾਂ ਦੇ ਸਟੈਪਸ ਲਓ ਕਿ ਜੈਨੋਸਾਈਡ ਨਾ ਹੋਏ। ਹੁਣ ਇਹਨੂੰ ਲੈ ਕੇ ਦੇਰ ਆਰ 2 ਸਕੂਲ ਆਫ ਥਾਟਸ। ਕੁਛ ਲੋਕ ਬੜਾ ਇਹਨੂੰ ਸੈਲੀਬ੍ਰੇਟ ਕਰ ਰਹੇ ਕਿ ਦੇਖੋ ਜੀ, ਸਾਊਥ ਅਫਰੀਕਾ ਨੇ ਔਰ ਆਇਰਲੈਂਡ ਨੇ, ਇਹਨਾਂ ਨੇ ਇੱਕ ਸਟੈਪ ਲਿਆ ਐਂਡ ਇਜ਼ਰਾਈਲ ਨੂੰ ਇਹਨਾਂ ਨੇ ਇੱਦਾਂ ਰੋਕਣ ਦੀ ਕੋਸ਼ਿਸ਼ ਕੀਤੀ ਜਾਂ ਇੰਟਰਨੈਸ਼ਨਲ ਕੋਰਟ ਨੂੰ ਅਪਰੋਚ ਕੀਤਾ। ਔਰ ਦੂਜਾ ਸਕੂਲ ਆਫ ਥਾਟ ਇਹ ਕਹਿ ਰਿਹਾ ਹੈ ਕਿ
ਕਿ ਇਜ਼ਰਾਈਲ ਹੀ ਇਕੱਲਾ ਜ਼ਿੰਮੇਵਾਰ ਹੈ ਜੈਨੋਸਾਈਡ ਲਈ? ਕਿ ਇਜ਼ਰਾਈਲ ਹੀ ਇਕੱਲਾ ਜ਼ਿੰਮੇਵਾਰ ਹੈ ਵਾਰ ਲਈ? ਵਾਟ ਅਬਾਊਟ USA ਐਂਡ UK ਜਿਹੜੇ ਇਜ਼ਰਾਈਲ ਨੂੰ ਅਸਿਸਟ ਕਰ ਰਹੇ ਨੇ? ਜੇ ਅਸੀਂ ਇਜ਼ਰਾਈਲ ਨੂੰ ਕੋਰਟ 'ਚ ਘਸੀਟਣਾ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਦੇ, ਤੇ ਫਿਰ USA ਤੇ UK ਨੂੰ ਵੀ ਕੋਰਟ 'ਚ ਲੈ ਕੇ ਜਾਣਾ ਚਾਹੀਦਾ ਹੈ, ਜਾਂ ਤਮਾਮ ਉਹ ਮੁਲਕ ਜਿਹੜੇ ਅੱਜ ਇਜ਼ਰਾਈਲ ਨਾਲ ਖੜੇ ਹੈ ਜਾਂ ਇਜ਼ਰਾਈਲ ਨੂੰ ਅਸਿਸਟ ਕਰ ਰਹੇ ਹੈ। ਤੁਸੀਂ ਦੇਖੋ ਨਾ, ਜੈਨੋਸਾਈਡ ਤਾਂ ਹੋ ਹੀ ਰਹੀ ਹੈ, ਲੇਕਿਨ ਉਹਦੇ ਨਾਲ ਹੀ ਨਾਲ ਜਿਹੜੇ ਵਿਸ਼ਵ ਦੇ ਉੱਤੇ ਖਤਰੇ ਜਿਹੜੇ ਮੰਡਰਾ ਰਹੇ ਨੇ, ਜਿੱਦਾਂ ਰੈੱਡ ਸੀ 'ਚ ਜੋ ਪ੍ਰੋਬਲਮਸ ਚੱਲ ਰਹੀਆਂ ਨੇ, ਹਾਊਥੀਜ਼ ਦੇ ਚੱਲ ਰਹੇ ਨੇ, ਈਰਾਨਸ ਦੇ ਚੱਲ ਰਹੇ ਨੇ, ਇਹਦੀਆਂ ਕਿੰਨੀਆਂ ਹੀ ਇੰਪਲੀਕੇਸ਼ਨਸ ਨੇ ਸੰਜੀਵ ਜੀ। ਜੀ, ਔਰ ਅਸੀਂ ਇੱਕ ਇਤਿਹਾਸ ਦੇਖੀਏ ਤਾਂ ਜਦੋਂ ਇਜ਼ਰਾਈਲ ਦੇ ਪਹਿਲਾਂ ਜਦੋਂ ਯੂਕਰੇਨ ਤੇ ਰਸ਼ੀਆ ਦੀ ਵਾਰ ਹੁੰਦੀ ਹੈ ਤਾਂ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਨੇ ਪੁਤਿਨ ਸਾਹਿਬ ਨੂੰ ਵੀ ਕ੍ਰਿਮੀਨਲ ਉਹਨਾਂ ਨੇ ਘੋਸ਼ਿਤ ਕੀਤਾ ਹੈ ਕਿ ਉਹ ਵੀ ਨਸਲਕੁਸ਼ੀ ਕਰਦੇ ਪਏ ਨੇ, ਜੈਨੋਸਾਈਡ ਕਰਦੇ ਪਏ ਨੇ ਯੂਕਰੇਨ ਦੇ ਵਿੱਚ। ਐਂਡ ਹੀ ਸੇਜ਼ ਮੈਂ ਮੰਨਦਾ ਹੀ ਨਹੀਂ ਹੈ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਨੂੰ, ਤੇ ਮੈਂ ਕੀ ਲੈਣਾ ਦੇਣਾ, ਉਹਨਾਂ ਨੇ ਕੀ ਮੈਨੂੰ ਸਮਨ ਭੇਜੇ ਨੇ ਤੇ ਕੀ ਮੇਰੇ ਖਿਲਾਫ ਉਹਨਾਂ ਨੇ ਡਿਸੀਜਨ ਲਿੱਤਾ ਹੈ। ਹਾਂ, ਜਿਨ੍ਹਾਂ ਕੰਟਰੀਜ਼ ਦੇ ਵਿੱਚ ਮੇਰੀ ਅਰੈਸਟ ਹੋ ਸਕਦੀ ਹੈ, ਮੈਂ ਉਹਨਾਂ ਕੰਟਰੀਜ਼ ਦੇ ਵਿੱਚ ਜਾਣਾ ਹੀ ਨਹੀਂ। ਉਹ ਆਪਣੇ ਪ੍ਰਤੀਨਿਧੀ ਭੇਜ ਦਿੰਦੇ ਨੇ ਔਰ ਉਹ ਆਪਣੀ ਵਾਰ ਲੜਦੇ ਪਏ ਨੇ ਔਰ ਚੱਲਦਾ ਪਿਆ ਸਭ ਕੁਝ। ਔਰ 2024 ਦੇ ਵਿੱਚ ਇਲੈਕਸ਼ਨਸ ਵੀ ਹੋਣੀਆਂ ਨੇ ਔਰ ਵੀ ਆਲ ਨੋ ਕਿ ਉਹਨਾਂ ਨੇ। ਤੁਸੀਂ ਮੈਨੂੰ ਦੱਸੋ ਨਾ, ਇਹ ਜਿਹੜਾ ਜੈਨੋਸਾਈਡ ਹੋ ਰਿਹਾ ਹੈ, ਇਹ ਤੁਹਾਡੇ ਤੇ ਮੇਰੇ ਯਕੀਨ ਦਾ, ਫੇਥ ਦਾ ਜੈਨੋਸਾਈਡ ਹੋ ਰਿਹਾ ਫਿਰ? ਯੈਸ, ਕਿਉਂਕਿ ਪੁਤਿਨ ਸਾਹਿਬ ਨੇ ਅਗੇਨ ਰਸ਼ੀਆ ਦੇ ਪ੍ਰੈਜ਼ੀਡੈਂਟ ਬਣਨਾ ਹੈ ਔਰ ਉਧਰ ਸ਼ੀ ਜਿਨਪਿੰਗ ਚਾਈਨਾ ਦੇ ਬਣ ਕੇ ਬੈਠੇ ਨੇ। ਇੰਟਰਸਟਿੰਗ ਗੱਲ ਦੱਸਦੀ ਹਾਂ। ਆਇਰੋਨਿਕਲੀ ਇਨ ਦੀ ਈਅਰ 2023 75th ਐਨੀਵਰਸਰੀ ਸੀਗੀ ਹਿਊਮਨ ਰਾਈਟਸ ਦੀ, 75th ਐਨੀਵਰਸਰੀ ਸੀ ਜੈਨੋਸਾਈਡ ਕਨਵੈਨਸ਼ਨ ਦੀ, 75th ਐਨੀਵਰਸਰੀ ਸੀ ਅਪਾਰਥਾਈਡ ਦੀ, ਠੀਕ ਹੈ, ਔਰ 75th ਐਨੀਵਰਸਰੀ ਸੀ ਨਕਬਾ, ਜਿਹਨੂੰ ਕਹਿੰਦੇ ਆ ਮੂਵਮੈਂਟ ਜਿਹੜੀ ਪੈਲਸਟੀਨੀਅਨਸ ਨੇ ਸ਼ੁਰੂ ਕੀਤੀ ਸੀ। ਮਤਲਬ ਅਸੀਂ 75 ਸਾਲ ਜਿਹੜੇ ਸੈਰੇਮਨੀਜ਼ ਜਿਹੜੀਆਂ ਉਹਨਾਂ ਨੂੰ ਤਾਂ ਅਸੀਂ ਸੈਲੀਬ੍ਰੇਟ ਕਰ ਲਿਆ, ਲੇਕਿਨ ਗਰਾਊਂਡ ਲੈਵਲ ਤੇ ਜਿਹੜਾ ਇਹ ਖੋਖਲਾਪਨ ਨਿਕਲ ਕੇ ਆ ਰਿਹਾ, ਚਾਹੇ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਦਾ ਹੋਵੇ ਜਾਂ ਸਾਡੀ ਇੰਟਰਨੈਸ਼ਨਲ ਕਮਿਊਨਿਟੀ ਦਾ ਹੋਵੇ ਜਾਂ ਮੀਡੀਆ ਹੋਵੇ ਜਾਂ ਕੋਈ ਵੀ ਹੋਵੇ, ਮਤਲਬ ਇੱਕ ਰਾਮ ਲੀਲਾ, ਰਾਸ ਲੀਲਾ, ਮੈਨੂੰ ਨਹੀਂ ਸਮਝ ਆ ਰਹੀ ਕਿ ਦੋਨਾਂ 'ਚੋਂ ਕਿਹੜੀ ਲੀਲਾ ਮੈਂ ਕਹਾਂ, ਬਟ ਅਸੀਂ ਵੀ ਇਹਨੂੰ ਐਕਸੈਪਟ ਕਰ ਰਹੇ ਹਾਂ ਔਰ ਚਲਾਉਣ ਵਾਲੇ ਵੀ ਚਲਾਈ ਜਾ ਰਹੇ ਨੇ। ਐਗਜ਼ੈਕਟਲੀ, ਕਿਉਂਕਿ ਸਾਰੇ ਗੱਲ ਜਾਣਦੇ ਨੇ ਕਿ ਜੋ ਪਹਿਲਾਂ ਤੋਂ ਚੱਲਦਾ ਪਿਆ ਹੈ ਔਰ ਉਸ ਨੂੰ ਕਵਰ ਅਪ ਕਰਨ ਵਾਸਤੇ ਇਹ ਜਜਮੈਂਟ ਹੈਗੀ ਆ, ਪਰ ਅੰਦਰੋਂ ਇਹ ਜਜਮੈਂਟ ਉਹ ਨਹੀਂ ਹੈ ਜੋ ਚਾਹੀਦੀ ਹੈ। ਮੈਨੂੰ ਯਾਦ ਆ ਰਿਹਾ ਇੱਕ ਕ੍ਰੈਗ ਮੁਖਬਰ ਹੈ, ਉਹ ਮੇਰੇ ਫਾਰਮਰ ਹੈਗੇ ਆ ਚੀਫ ਆਫ ਨਿਊਯਾਰਕ ਦੇ ਹਿਊਮਨ ਰਾਈਟ ਕਮਿਸ਼ਨ ਦੇ। ਉਹਨਾਂ ਨੂੰ ਕੋਈ ਇੰਟਰਵਿਊ ਕਰ ਰਿਹਾ ਸੀ, ਕੱਲ ਪਰਸੋਂ ਦੀ ਗੱਲ ਹੈ, ਤੇ ਉਹਨਾਂ ਨੇ ਆਪਣੀ ਟਾਕ 'ਚ ਦੱਸਿਆ ਕਿ ਜਿਹੜਾ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਇਹ ਤਾਂ ਕਹਿ ਦਿੱਤਾ ਕਿ ਮਤਲਬ ਇਜ਼ਰਾਈਲ ਖਿਆਲ ਰੱਖੇ ਕਿ ਜੈਨੋਸਾਈਡ ਵੱਲ ਨਾ ਹੋਵੇ ਔਰ ਮੈਜਰਸ ਲਵੇ, ਲੇਕਿਨ ਆਪਾਂ ਰੂਟ ਕਾਜ਼ ਵੱਲ ਨਹੀਂ ਜਾ ਰਹੇ। ਅਸੀਂ ਸਿਰਫ ਇੱਕ ornamental ਲੈਵਲ ਤੇ ਅਸੀਂ ਬਸ ਜਜਮੈਂਟ ਦੇਤੀ, ਕੇਸ ਕਾ ਦਰਜ ਕਰਾਤਾ, ਸ਼ਾਇਦ ਆਮ ਜਨਤਾ ਨੂੰ ਚੁੱਪ ਕਰਾਉਣ ਲਈ ਜਾਂ ਮੀਡੀਆ ਹਾਊਸਿਸ ਨੂੰ ਚੁੱਪ ਕਰਾਉਣ ਲਈ, ਲੇਕਿਨ ਐਕਚੁਅਲ 'ਚ ਜਿਹੜਾ ਰੂਟ ਕਾਜ਼ ਹੈ ਨਾ, ਉਹ ਉੱਥੇ ਦਾ ਉੱਥੇ ਹੀ ਪਿਆ ਹੋਇਆ ਹੈ ਕਿ ਜੇ ਤੁਸੀਂ ਬਾਰੋਂ ਬਾਰ ਇੱਦਾਂ ਕਹਿ ਦਿਓ ਜੀ ਜੈਨੋਸਾਈਡ ਦੇ ਤੁਸੀਂ ਨਹੀਂ ਕਰਨਾ, ਦੈਟ ਡਜ਼ਨਟ ਮੇਕ ਅ ਸੈਂਸ। ਔਰ ਦੇਖੋ ਜੀ, ਔਰ ਜਿਹੜੇ ਨਿਤਨਯਾਹੂ ਹੈ ਉਹਨਾਂ ਨੇ ਕਹਿ ਵੀ ਦਿੱਤਾ ਕਿ ਵੀ ਹੈਵ ਰਾਈਟ ਟੂ ਸੈਲਫ ਡਿਫੈਂਸ, ਅਸੀਂ ਨਹੀਂ ਕਰਦੇ। ਫਿਰ ਇਹ ਜਿਹੜਾ ਸਾਰਾ ਖੇਲ ਚੱਲ ਰਿਹਾ ਹੈ ਜਾਂ ਕਿਸੇ ਨਵੀਂ ਚੀਜ਼ ਦੀਆਂ ਤਿਆਰੀਆਂ ਚੱਲ ਰਹੀਆਂ। ਐਗਜ਼ੈਕਟਲੀ, ਔਰ ਕਿਉਂਕਿ ਵਾਰ ਸਟਾਪ ਕਰਨ ਵਾਸਤੇ ਤਾਂ ਕਿਹਾ ਹੀ ਨਹੀਂ ਗਿਆ, ਔਰ ਵਾਰ ਨੂੰ ਅਸਿਸਟੈਂਸ ਮਿਲ ਰਹੀ ਹੈ, ਅਮਰੀਕਾ ਤੋਂ ਮਿਲ ਰਹੀ ਹੈ, ਉਧਰ ਨਾਟੋ ਕੰਟਰੀਜ਼ ਯੂਕਰੇਨ ਨੂੰ ਅਸਿਸਟੈਂਸ ਦੇ ਰਹੇ ਨੇ। ਸੋ ਜਦੋਂ ਮਦਦਗਾਰ ਬੈਠੇ ਨੇ ਤਾਂ ਮਦਦਗਾਰ ਜਿਹੜੇ ਨੇ ਉਹ ਵਰਲਡ ਦੇ ਲੀਡਰਸ ਨੇ, ਦੈਨ ਆਈ ਥਿੰਕ ਕਿ ਉਹਨਾਂ ਦੀ ਮਰਜ਼ੀ ਤੋਂ ਬਾਹਰ ਜਜਮੈਂਟ ਕਿਵੇਂ ਹੋ ਸਕਦੀ ਹੈ? ਯਾਨੀ ਕਿ ਇਹਨਾਂ ਕੋ ਜਿਹੜਾ ਝੂਠ ਹੈ ਉਹ ਵੀ ਖੂਬਸੂਰਤੀ ਨਾਲ ਪੇਸ਼ ਨਹੀਂ ਕੀਤਾ ਜਾ ਰਿਹਾ। ਐਗਜ਼ੈਕਟਲੀ, ਸਜਾ ਕੇ ਉਹਨੂੰ ਮੇਕਅਪ ਕਰਕੇ ਉਹਨੂੰ ਪੇਸ਼ ਕਰਦੇ ਨੇ ਤਾਂ ਕਿ ਕਿਸੇ ਤਰ੍ਹਾਂ ਦੀ ਕੋਈ ਡਾਊਟ ਦੀ ਗੁੰਜਾਇਸ਼ ਨਾ ਹੋਵੇ। ਲੇਕਿਨ ਐਗਜ਼ੈਕਟਲੀ ਗੱਲ ਇਹ ਹੈ ਕਿ ਵਾਰ ਚੱਲਦੀ ਰਵੇ ਔਰ ਇਸੇ ਤਰ੍ਹਾਂ ਹੀ ਹੁੰਦੀ ਰਵੇ। ਬਸ ਇੱਕ ਉਹਦੇ ਉੱਤੇ ਇੱਕ ਲੈਵਲ ਲਗਾ ਦਿੱਤਾ ਹੈ, ਔਰ ਲੈਵਲ ਇਹ ਲਗਾਇਆ ਹੈ ਕਿ ਨਸਲਕੁਸ਼ੀ ਨਹੀਂ ਹੋਣੀ ਚਾਹੀਦੀ, ਜੈਨੋਸਾਈਡ ਨਹੀਂ ਹੋਣਾ ਚਾਹੀਦਾ। ਜਦੋਂ ਬੰਬ ਚੱਲੇਗਾ, ਬੰਬ ਪੁੱਛ ਕੇ ਥੋੜਾ ਡਿੱਗੇਗਾ, ਗੋਲੀਆਂ ਪੁੱਛ ਕੇ ਥੋੜਾ ਲੱਗਣਗੀਆਂ। ਉਹਨਾਂ ਦਾ ਕੰਮ ਹੈ ਬੰਦੇ ਮਾਰਨਾ ਤੇ ਉਹਨਾਂ ਮਾਰਨੇ ਨੇ। ਦੇਖੋ, ਜਿਹੜੇ ਇੰਟਰਨੈਸ਼ਨਲ ਕੋਰਟ ਆਫ ਜਸਟਿਸ 'ਚ ਬੈਠੇ ਹੋਏ ਨੇ, ਜਿਨ੍ਹਾਂ ਨੇ ਕੇਸ ਕੀਤਾ ਤੇ ਜਿਨ੍ਹਾਂ ਨੇ ਜਵਾਬ ਦਿੱਤਾ, ਉਹ ਸਾਰੇ ਇਹ ਸੋਚਣ ਕਿ ਤੁਸੀਂ ਦੁਨੀਆ ਨੂੰ ਮੂਰਖ ਬਣਾ ਰਹੇ ਹੋ। ਬਿਲਕੁਲ, ਹੈ ਨਾ। ਔਰ ਵਾਟ ਅਬਾਊਟ ਦੋਜ਼ ਅੱਛਾ, ਮੈਂ ਤੁਹਾਨੂੰ ਇੱਥੇ ਇੱਕ ਹੋਰ ਗੱਲ ਦੱਸੂੰਗੀ ਬੜੀ ਇੰਟਰਸਟਿੰਗ। ਮੈਂ ਕਿਸੇ ਨੂੰ ਸੁਣਿਆ ਸੀਗਾ, ਉਹਨਾਂ ਦਾ ਮੈਂ ਇੱਥੇ ਕੋਟ ਕਰਦੀ ਹਾਂ। ਹਿਜ਼ ਨੇਮ ਇਜ਼ ਹੀ ਇਜ਼ ਅਮਿਤ ਫਰਮ ਦ ਫੀਲਡ ਆਫ ਇਕਨੋਮਿਕਸ। ਹੀ ਇਜ਼ ਅ ਗੁਜਰਾਤੀ ਪਰਸਨ। ਉਹਨਾਂ ਨੇ ਕਿਹਾ ਇੱਕ ਫਾਰਮੂਲਾ ਹੁੰਦਾ 5 + 5 + 90।
5 plus 5 plus 90. 90. Now this 5% is the terrorist Yeah. and the other 5% are a person, ਉਹ ਲੋਕ ਹਨ ਜਿਨ੍ਹਾਂ ਨੇ ਪ੍ਰਾਪਰਟੀਆਂ ਬਣਾਉਣੀਆਂ ਤੇ 90% ਅਸੀਂ ਆਮ ਜਨਤਾ। Mhm. ਹੁਣ ਉਹ ਜਿਹੜਾ 5% ਟੈਰਰਿਸਟ ਉਹ ਉਨਾ ਹੀ ਇਨੋਸੈਂਟ ਹੈ ਜਿੰਨੇ ਬਾਕੀ ਲੋਕ ਇਨੋਸੈਂਟ ਹੈ, ਕਿਉਂਕਿ ਉਹ ਵਿਚਾਰਾ ਗੱਲਾਂ 'ਚ ਆ ਗਿਆ ਹੋਇਆ, ਉਹਨੂੰ ਜਿਹਾਦ ਦੀ ਟੌਫੀ ਖਿਲਾ ਦਿੱਤੀ ਜਾਂ ਉਹਨੂੰ ਪੈਸੇ ਉਹਦੀ ਮਜਬੂਰੀ ਦੀ ਟੌਫੀ ਖਿਲਾ ਦਿੱਤੀ। ਇਹ ਇੱਕ ਅਲੱਗ ਵਿਸ਼ੇ ਹੈ, ਲੇਕਿਨ ਉਹਨੂੰ ਉਹਦੇ ਮਾਈਂਡ ਨੂੰ ਕੰਟਰੋਲ ਕਰਕੇ ਅਸੀਂ ਉਹਨੂੰ ਟੈਰਰਿਸਟ ਬਣਾਤਾ, Trap ਇਹ ਕੀਤਾ। ਜਿਹੜਾ ਟ੍ਰੈਪ ਕਰ ਦਿੱਤਾ। Yeah. ਠੀਕ ਹੈ, ਬਲਕਿ ਟੈਰਰਿਸਟ ਵਿਚਾਰਿਆਂ ਦੇ ਜ਼ਿਆਦਾ ਮੈਨੂੰ ਜ਼ਿਆਦਾ ਉਹਨਾਂ ਦੇ ਨਾਲ ਸਹਾਨੁਭੂਤੀ ਹੈ। Mhm. ਇੱਕ ਤੇ ਉਹਨਾਂ ਦੇ ਮਾੜਾ ਲੇਬਰ ਲੱਗ ਗਿਆ, ਹਨਾ Yeah. ਕਿ ਤੁਸੀਂ ਟੈਰਰਿਸਟ ਹੋ। ਦੂਸਰਾ ਉਹ ਵਿਚਾਰੇ ਉਹ ਤਾਂ ਜ਼ਿਆਦਾ ਇਮੋਸ਼ਨਲ ਬੀਇੰਗ ਹੈ ਜਿਹੜਾ ਉਹ ਆਪਣੀ ਜਾਨ ਵੀ ਦੇਣ ਨੂੰ ਤਿਆਰ ਹੋ ਗਏ, ਜਾਂ ਕਈ ਵਾਰੀ ਅਸੀਂ ਕੁਰਬਾਨ ਮਤਲਬ ਘਰ ਦੇ ਹਾਲਾਤ ਇਦਾਂ ਦੇ ਹੁੰਦੇ ਕਿ ਅਸੀਂ ਟੈਰਰਿਸਟ ਬਣ ਜਾਂਦੇ ਹਾਂ। Yeah. ਠੀਕ ਹੈ, ਮੈਨੂੰ ਉਹਨਾਂ ਨਾਲ ਬਹੁਤ ਸਹਾਨੁਭੂਤੀ ਹੈ। ਹਮ। ਇਹਦੇ ਨਾਲ ਹੀ ਨਾਲ 5% ਉਹ ਲੋਕ ਦੇਖੋ ਜਦੋਂ ਟੈਰਰਿਜ਼ਮ ਆਣਾ ਹੈ ਜਾਂ ਜਿੱਦਾਂ ਹੁਣ ਜੋ ਇਜ਼ਰਾਈਲ 'ਚ ਚੱਲ ਰਿਹਾ ਹੈ ਜਾਂ ਪੈਲਸਟੀਨ 'ਚ ਚੱਲ ਰਿਹਾ ਹੈ, ਲੋਕ ਤਬਾਹ ਹੋ ਗਏ, ਲੋਕਾਂ ਨੇ ਉੱਥੋਂ ਮੁੜ ਜਾਣਾ ਹੈ, ਲੈਂਡ ਖਾਲੀ ਹੋ ਜਾਣਾ ਹੈ, ਉਹ ਜਿਹੜੀ ਪ੍ਰਾਪਰਟੀ ਹੋਏਗੀ ਹਨਾ ਉਹ ਕਿੰਨੇ ਗ੍ਰੈਬ ਕਰਨੀ ਹੈ, ਉਹ 5% ਜਿਹੜਾ ਇਹ ਸਾਰਾ ਖੇਲ ਰਚਾ ਰਿਹਾ। ਔਰ ਫਿਰ ਅਸੀਂ ਇੱਦਾਂ ਹੀ ਇਹ ਵੀ ਇੱਕ ਇਕਨੋਮਿਕਸ ਦਾ ਫੈਕਟਰ, ਇਹਦੇ ਪਿੱਛੇ ਵੀ ਇੱਕ ਬਹੁਤ ਵੱਡੀ ਖੇਲ ਹੈ, ਲੋਕ ਮੰਨਦੇ ਨਹੀਂ ਹੈ। ਲੇਕਿਨ ਤੁਸੀਂ ਦੇਖੋ ਨਾ, ਜਦੋਂ ਤੁਸੀਂ ਉਹਨੂੰ ਕਿਸੇ ਚੀਜ਼ ਨੂੰ ਤੁਸੀਂ ਟੈਰਰਾਈਜ਼ਡ ਹੀ ਕਰ ਦਿੱਤਾ, ਕੌਣ ਉੱਥੇ ਰਹੇਗਾ? ਲੋਕ ਉੱਥੇ ਛੱਡ ਜਾਂਦੇ ਨੇ। ਹੁਣ ਕਿੰਨੇ ਏਰੀਆ ਤੇ ਖਾਲੀ ਹੋ ਗਏ ਹੋਣੇ, ਹੁਣ ਜਿਹੜੇ ਏਰੀਆਸ ਖਾਲੀ ਹੋਣੇ ਆ ਉਹ ਖਾਲੀ ਜਿਹੜੀਆਂ ਕਾਲੋਨੀਆਂ ਹੱਥ 'ਚ ਆਉਣੀਆਂ, ਕਿੰਨਾਂ ਦੇ ਹੱਥ 'ਚ ਆਉਣੀਆਂ? Naturally. और मैं ਉਹ ਬਿਜ਼ਨਸ ਉਹ ਵੀ ਚੱਲੇਗਾ। yes, property business. मतलब डिफेंस का बिजनेस तो जो चलना ही है ना। स्ट्रैटेजिक पॉलिटिक्स तो जो होनी है, जियो पॉलिटिक्स इज डिफरेंट है, लेकिन ਜਿਹੜੀ ਕਾ ਇਕਨੋਮਿਕ ਗੇਮ ਚੱਲਣੀ ਹੈ ਨਾ, ਆਈ ਮੀਨ ਉਹਦੇ ਤੇ ਵੀ ਵਿਚਾਰ ਕਰਨ ਦੀ ਜ਼ਰੂਰਤ ਹੈ। ਔਰ ਆਈ ਥਿੰਕ ਕਿ ਇਹਨਾਂ ਲੋਕਾਂ ਨੂੰ ਨੀਂਦ ਕਿਵੇਂ ਆਉਂਦੀ ਹੈ, ਇੰਨਾ ਕੁਝ ਕਰਦੇ ਨੇ। ਔਰ ਇੱਕ ਹੋਰ ਗੱਲ, ਜਿਹੜਾ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਸਭ ਨੂੰ ਪਤਾ ਹੀ ਹੋਏਗਾ ਕਿ ਇਹ ਨਾਨ ਜਸਟਿਸੇਬਲ ਹੈ, ਕਿ ਇਹ ਆਪਣੇ ਉਹਨਾਂ ਨੇ ਵਰਡਿਕਟ ਤਾਂ ਦੇ ਦਿੱਤਾ ਹੈ, ਲੇਕਿਨ ਇਹਨੂੰ ਅਪਲਾਈ ਕਰਨਾ, ਮੰਨਣਾ ਜਾਂ ਨਹੀਂ ਮੰਨਣਾ ਤੇ ਦੋ ਪਾਰਟੀਆਂ ਦੇ ਹੱਥ 'ਚ ਹੁੰਦਾ। ਹੁਣ ਇੱਥੇ ਮੈਨੂੰ ਯਾਦ ਆਉਂਦੀ ਪਾਕਿਸਤਾਨ ਔਰ ਇੰਡੀਆ ਦੀ, ਜਦੋਂ ਸਾਡਾ ਕਸ਼ਮੀਰ ਦਾ ਮਸਲਾ ਹੋਇਆ ਸੀਗਾ, ਅਸੀਂ ਪਾਕਿਸਤਾਨ ਦੇ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਪਹੁੰਚ ਗਏ ਸੀਗੇ ਤਾਂ 3 ਵਰਡਿਕਟ ਆਏ ਸੀਗੇ, ਹੈ ਨਾ। ਇੱਕ ਤਾਂ ਇਹ ਸੀਗਾ ਕਿ ਤੁਸੀਂ ਮਤਲਬ ਜਿਹੜਾ ਪਾਕਿਸਤਾਨੀ ਆਰਮੀ ਹੈ ਉਹ ਇੰਡੀਅਨ ਆਕੂਪਾਈਡ ਜਿਹੜਾ ਕਸ਼ਮੀਰ ਉਹ ਖਾਲੀ ਕਰ ਦਿਓ। ਸੈਕਿੰਡ, ਇੰਡੀਆ ਨੂੰ ਕਿਹਾ ਗਿਆ ਪਲੈਬੀਸਾਈਟ ਕਰੋ। ਠੀਕ ਹੈ। ਥਰਡ, ਉਹਨਾਂ ਨੇ ਇਹ ਫੈਸਲਾ ਲਿਆ ਸੀਗਾ ਕਿ ਜਦ ਤੱਕ ਕੁਝ ਨਹੀਂ ਸੋਲੂਸ਼ਨ ਹੁੰਦਾ, ਇੰਡੀਅਨ ਆਰਮੀ ਵਿਲ ਰਿਮੇਨ। ਪਾਕਿਸਤਾਨ ਨੇ ਪਹਿਲਾ ਫੈਸਲਾ ਮੰਨਣ ਤੋਂ ਮਨਾ ਕਰ ਦਿੱਤਾ, ਉਹ ਕਹਿੰਦਾ ਨਹੀਂ ਸਿੱਧਾ ਪਲੈਬੀਸਾਈਟ ਕਰਾਓ। ਇੰਡੀਆ ਕਹਿੰਦਾ ਜੇ ਪਹਿਲਾ ਨਹੀਂ ਮੰਨਦੇ ਤਾਂ ਅਸੀਂ ਦੂਸਰਾ ਕਿਉਂ ਮੰਨ ਲਈਏ। ਤੇ ਉਹ ਕਹਾਣੀ ਅੱਜ ਦੀ ਉੱਥੇ ਦੀ ਉੱਥੇ ਹੀ ਲਟਕ ਰਹੀ। ਓਕੇ, ਹਨਾ। ਤੇ ਇਹ ਮੈਂ ਤੁਹਾਨੂੰ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਦੀ ਇੱਕ ਮਿਸਾਲ ਦੇ ਰਹੀ ਹਾਂ ਕਿ ਇਹਦੇ ਡਿਸੀਜਨਸ ਜਿਹੜੇ ਬਾਈਂਡਿੰਗ ਨਹੀਂ ਹੈ। ਇਹਨੂੰ ਆਪਾਂ ਕਹਿ ਸਕਦੇ ਹਾਂ ਕਿ ਇਹਦੇ ਕੋਲ ਕੋਈ ਪਾਵਰ ਨਹੀਂ ਹੈ। ਪਾਵਰ ਪਾਵਰ ਨਹੀਂ ਹੈਗੇ। ਇਹਨਾਂ ਨੇ ਇੱਕ ਸੁਝਾਅ ਦਿੱਤਾ, ਉਹਨੂੰ ਸਜੂ ਕੇ ਇੱਕ ਵੱਡਾ ਇੰਸਟਰੂਮੈਂਟ ਬਣਾਤਾ, ਇੱਕ ਇੰਟਰਨੈਸ਼ਨਲ ਇੰਸਟੀਟਿਊਸ਼ਨ ਬਣਾਤਾ। ਦੈਟਸ ਇਟ। ਟੁਥਲੈਸ ਟਾਈਗਰ, ਟੁਥਲੈਸ ਕਹਿ ਲੋ, ਇਮੋਸ਼ਨਲੈਸ ਕਹਿ ਲੋ, ਆਈ ਮੀਨ ਜੋ ਮਰਜ਼ੀ ਕਹੀ ਜਾਓ। ਮਤਲਬ ਇਟ ਡਸ ਨਾਟ ਹੈਵ ਐਨੀ ਪਾਵਰ। ਬਸ ਇੱਕ ਡਿਸੀਜਨ ਹੈ, ਤੁਸੀਂ ਮੰਨੋ ਜਾਂ ਨਾ ਮੰਨੋ। ਬਸ ਅਸੀਂ ਇੱਕ ਆਪਣਾ ਸਿਆਣੇ ਬੰਦਿਆਂ ਨੇ ਬਹਿ ਕੇ ਇੱਕ ਡਿਸੀਜਨ ਦਿੱਤਾ ਹੈ, ਔਰ ਉਸ ਡਿਸੀਜਨ ਦੇ ਉੱਤੇ ਹੀ ਜਿਹੜੀਆਂ ਪਾਵਰਫੁਲ ਲੌਬੀਜ਼ ਪਿੱਛੇ ਬੈਠੀਆਂ ਨੇ, ਉਹਨਾਂ ਦੀ ਡਿਕਟੇਸ਼ਨ ਹੈ, ਉਹਨਾਂ ਦੀ ਮਰਜ਼ੀ ਤੋਂ ਬਿਨਾਂ ਇਹ ਆਰਡਰ ਨਹੀਂ ਆਇਆ ਕਿ ਜੋ ਅਸੀਂ ਕਰਤੂਤਾਂ ਕਵਾਂਗੇ। ਮਤਲਬ ਜਿਹੜਾ ਬੈਲ ਉਹ ਜਿੱਥੇ ਬਹਿ ਜਾਣਾ ਉਹ ਫਿਰ ਉੱਠਦਾ ਨਹੀਂ ਹੁੰਦਾ। ਬੈਲ ਬਹਿ ਕੇ ਛੁੱਟਿਆ ਤੇ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਕਹਿ ਕੇ ਛੁੱਟਿਆ। ਮਤਲਬ ਮੈਂ ਇੱਕ ਸ਼ਬਦ ਇਸਤੇਮਾਲ ਕੀਤਾ ਕਿ ਜਿਹੜੀਆਂ ਸਾਡੀਆਂ ਪਿੱਛੇ ਬੈਠੀਆਂ ਲੌਬੀਜ਼ ਨੇ, ਉਹਨਾਂ ਦੀ ਜਿਹੜੀਆਂ ਕਰਤੂਤਾਂ ਨੇ, ਉਹਨਾਂ ਨੂੰ ਕਵਰ ਅਪ ਕਰ ਲਓ ਖੂਬਸੂਰਤੀ ਦੇ ਨਾਲ। ਅਸੀਂ ਜਾਰੀ ਰੱਖਾਂਗੇ ਆਪਣੀਆਂ ਕਰਤੂਤਾਂ। ਫਾਰਮਲਿਜ਼ਮ ਮੈਨੂੰ ਕਹਿ ਸਕਦੇ ਹਾਂ ਆਪਾਂ। ਸੋ ਵਾਟ ਇਜ਼ ਦ ਬੈਨੀਫਿਟ? ਇਹ ਗੋਲ ਗੱਲਾਂ। ਔਰ ਜੇ ਇੰਨੇ ਹੀ ਸਿਆਣੇ ਹਾਂ ਅਸੀਂ, ਫਰਸਟ ਵਰਲਡ ਵਾਰ ਤੋਂ ਬਾਅਦ ਸੈਕੰਡ ਵਰਲਡ ਵਾਰ ਕਿਉਂ ਹੋਈ, ਔਰ ਸੈਕੰਡ ਵਰਲਡ ਵਾਰ ਤੋਂ ਬਾਅਦ ਕੋਲਡ ਵਾਰ ਕਿਉਂ ਹੋਈਆਂ, ਔਰ ਉਸ ਤੋਂ ਬਾਅਦ ਹੁਣ ਜਿਹੜੀਆਂ ਜੰਗਾਂ ਛਿੜੀਆਂ ਕਿਉਂ ਹੁੰਦੀਆਂ ਪਈਆਂ? ਅਸੀਂ ਸਿਆਣੇ ਨਹੀਂ ਹੈਗੇ। ਐਲਬਰਟ ਆਇਨਸਟਾਈਨ ਨੇ ਠੀਕ ਕਿਹਾ ਕਿ ਇਨਸਾਨ ਦਾ ਇਹ ਇਤਿਹਾਸ ਹੈ ਕਿ ਉਹ ਆਪਣੇ ਇਤਿਹਾਸ ਤੋਂ ਕੁਝ ਨਹੀਂ ਸਿੱਖਦਾ। ਔਰ ਹਮੇਸ਼ਾ ਕਿਹਾ ਗਿਆ ਸੀ ਕਿ ਸਾਇੰਸ ਨੂੰ ਮਿਲਟਰੀ ਵਾਰਫੇਅਰ ਵਾਸਤੇ ਇਸਤੇਮਾਲ ਨਾ ਕਰੋ, ਇਹ ਡਿਜ਼ਾਸਟਰਸ ਹੋ ਸਕਦਾ, ਤਬਾਹੀਆਂ ਹੋ ਸਕਦੀਆਂ। ਪਰ ਕੌਣ ਸੁਣਦਾ? ਇਹ ਜ਼ਿਆਦਾ ਸਿਆਣੇ ਨੇ। ਔਰ ਆਇਨਸਟਾਈਨ ਨੇ ਇੱਕ ਹੋਰ ਗੱਲ ਕਹੀ ਸੀ, ਉਹਨਾਂ ਨੇ ਕਿਹਾ ਸੀਗਾ ਕਿ ਈਵਲ ਇਜ਼ ਨਾਟ ਅ ਪ੍ਰੋਬਲਮ, ਬਟ ਉਸ ਈਵਲ ਨੂੰ ਸਹੀ ਜਾਣਾ, ਉਹਨੂੰ ਐਕਸੈਪਟ ਕਰ ਲੈਣਾ ਔਰ ਕੁਝ ਕਰਨਾ ਨਹੀਂ ਇਜ਼ ਅ ਪ੍ਰੋਬਲਮ।
ਬੁਰਾਈ ਆਪਣੇ ਆਪ ਦੇ ਵਿੱਚ ਕੋਈ ਵੀ ਆਤੰਕ ਤੁਸੀਂ ਨਹੀਂ ਤੇ ਲਿਆ ਮੈਂ ਅਸੀਂ ਸਕਦੀ। ਤੇ ਇਹਨੂੰ ਇੱਥੇ ਬੈਠ ਕੇ ਡਿਸਕਸ ਕਰਕੇ ਆਪਣਾ ਪ੍ਰੋਗਰਾਮ ਕਰਕੇ ਸ਼ੋਅ ਵਾਈਂਡ ਅਪ ਕਰਕੇ ਤੇ ਅਸੀਂ ਵੀ ਆਪਣੇ ਆਪਣੇ ਘਰ ਚਲੇ ਜਾਣਾ ਜਾਂ ਆਪਾਂ ਕੁਝ ਕਰ ਨਹੀਂ ਐਂਡ ਸਕਦੇ। ਦਿਸ ਇਜ਼ ਵੀ ਆਰ ਆਲ ਹੈਲਪਲੈਸ ਦੈਟ ਇਜ਼ ਵਾਈ ਆਈ ਸੇ ਵੀ ਹਾਂ। ਆਲ ਆਰ ਕ੍ਰਿਮੀਨਲਸ, ਯੈਸ ਕਿਉਂਕਿ ਅਸੀਂ ਐਕਸੈਪਟ ਕਰਦੇ ਹਾਂ ਉਸ ਚੀਜ਼ ਨੂੰ। ਯੈਸ ਇੱਕ ਚੀਜ਼ ਇਹ ਵੀ ਆਉਂਦੀ ਕਿ ਸਾਡੇ ਹੱਥ 'ਚ ਪਾਵਰ ਨਹੀਂ ਹੈ, ਜਿਨ੍ਹਾਂ ਦੇ True. ਹੱਥ 'ਚ ਪਾਵਰ ਹੈ ਉਹਦਾ ਉਹ ਸਹੀ ਕੀ ਕਰ ਰਹੇ ਇਸਤੇਮਾਲ ਨੇ? ਨਹੀਂ ਕਰਦੇ। ਉਹ ਕੀ ਕਰ ਦੇਖੋ ਜੇ ਚਾਹਨ ਨਾ ਵਾਰ ਮੈਂ ਪਿਛਲੇ ਪ੍ਰੋਗਰਾਮ 'ਚ ਵੀ ਕਿਹਾ ਸੀ ਵਾਰ ਇੱਕ ਮਿੰਟ 'ਚ ਖਤਮ ਕੀਤੀ ਜਾ ਸਕਦੀ ਯੈਸ, ਔਰ ਇਹ ਜਿਹੜੇ ਨਫ਼ਰਤਾਂ ਨੂੰ ਵੀ ਖਤਮ ਕੀਤਾ ਜਾ ਸਕਦਾ ਹੈ। ਸਟੇਟਸ ਜਿਹੜਾ ਉਹ 2 ਸਟੇਟ ਫਾਰਮੂਲਾ ਸੀਗਾ ਜੇ ਉਹਨਾਂ ਨੂੰ ਅਪਲਾਈ ਕਰ ਦੇਣ ਉਹ ਤੇ ਥਿੰਗਸ ਕੈਨ ਬੀ ਰਿਜ਼ੋਲਵਡ। ਜਾਂ ਇਜ਼ਰਾਈਲ ਨੂੰ ਉਹਦੀ ਜ਼ਮੀਨ ਦੇ ਦੇਣ, ਫਿਲਿਸਤੀਨ Yes. ਨੂੰ ਉਹਦੀ ਜ਼ਮੀਨ ਦੇ ਦੇਣ, 2 ਨੇਸ਼ਨ Yes. ਥਿਊਰੀ ਜਿਹੜੀ ਹੈ 2 ਸਟੇਟ ਥਿਊਰੀ ਅਪਲਾਈ ਕਰਨ, ਔਰ WHO ਔਰ WTO, IMF, वर्ल्ड बैंक, UNO, इंटरनेशनल कोर्ट ऑफ जस्टिस, इंटरनेशनल कोर्ट ऑफ क्रिमिनल्स, जो क्राइम जो ਨੂੰ भी डिस्कस है, ਕਰਦੇ। ਓ yes. ਮਾਈ ਗੁੱਡਨੈਸ, ਆਲ ਸਾਰੀਆਂ ਲੌਬੀਜ਼, ਔਰ ਉਹਦੇ ਵਿੱਚੋਂ ਨਿਕਲਣਾ ਕੀ ਹੈ? ਕੁਝ ਵੀ ਨਹੀਂ। ਜੋ ਕੁਝ ਇੱਕ ਪਾਵਰਫੁਲ ਲੋਕ ਨੇ ਉਹਨਾਂ ਦੀ ਮਰਜ਼ੀ ਦੇ ਮੁਤਾਬਿਕ ਸਭ ਕੁਝ ਚੱਲਣਾ ਹੈ ਔਰ ਉਸ ਨੂੰ ਗਲੋਰੀਫਾਈ ਕਰ ਦਿੱਤਾ ਜਾਏਗਾ। ਸੋ ਆਪਾਂ ਅੱਗੇ ਵਧੀਏ। ਗਲੋਰੀਫਿਕੇਸ਼ਨ ਅੱਗੇ ਹੁਣ ਚੱਲੇਗੀ, ਅੱਗੇ ਚੱਲੇਗੀ ਕਿ ਬਾਈਡਨ ਸਾਹਿਬ, ਟਰੰਪ ਸਾਹਿਬ ਆਲਮੋਸਟ ਫਾਈਨਲ ਲੱਗਦੇ ਨੇ ਕਿ ਇਹ ਦੋਵੇਂ ਹੀ ਹੋਣਗੇ ਰਿਪਬਲਿਕਨਸ ਐਂਡ ਡਿਪਲੋਮੈਟਸ ਵੱਲੋਂ, ਕਿਉਂਕਿ ਬਾਕੀ ਦੇ ਕੁਝ ਮੈਦਾਨ 'ਚ ਦਿਖਦਾ ਨਹੀਂ ਪਿਆ। ਔਰ ਟਰੰਪ ਸਾਹਿਬ ਦੀ ਪਪੂਲੈਰਿਟੀ ਜ਼ਿਆਦਾ ਦਿਖਾਈ ਦੇ ਰਹੀ ਆ। ਔਰ ਇਹ ਵੀ ਉੱਥੋਂ ਦੇ ਐਕਸਪਰਟਸ ਕਹਿੰਦੇ ਨੇ ਕਿ ਜੇ ਉਹਨਾਂ ਨੂੰ ਮੰਨ ਲਓ ਕਿਸੇ ਕੇਸ ਦੇ ਵਿੱਚ ਜੇਲ੍ਹ ਹੁੰਦੀ ਵੀ ਹੈ ਤਾਂ ਕੋਰਟ ਔਰ ਲਾਅ ਇਸ ਗੱਲ ਦੀ ਪਰਮਿਸ਼ਨ ਦਿੰਦਾ ਹੈ ਕਿ ਉਹ ਜੇਲ੍ਹ ਦੇ ਵਿੱਚ ਇਲੈਕਸ਼ਨਸ ਲੜ ਸਕਦੇ ਨੇ, ਜਿੱਤ ਵੀ ਸਕਦੇ ਨੇ। ਹੁਣ ਪੁਆਇੰਟ ਇਹ ਹੈ ਕਿ ਉੱਥੇ ਜਿੱਤ ਗਏ ਔਰ ਉਹ ਜੇਲ੍ਹ 'ਚ ਨੇ, ਹੁਣ ਉੱਥੋਂ ਐਡਮਿਨਿਸਟ੍ਰੇਸ਼ਨ ਚਲਾਉਣਗੇ ਐਂਡ ਵਰਕ ਕਰੇਗਾ ਪ੍ਰੈਜ਼ੀਡੈਂਟ ਆਫ ਅਮਰੀਕਾ ਰਾਈਟ ਫਰੋਮ ਦ ਜੇਲ੍ਹ। ਯੂ نو ਵਾਟ ਐਕੈਡੈਮਿਕ ਸਰਕਲ 'ਚ ਨਾ ਇੱਕ ਬੜਾ ਡਿਸਕਸ਼ਨ ਚੱਲ ਰਹੀ ਹੈ ਕਿ ਅਮਰੀਕਾ ਹਮੇਸ਼ਾ ਕਲੇਮ ਕਰਦਾ ਹੈ ਕਿ ਵੀ ਆਰ ਦੀ oldest democracy, oldest democracy and a great democracy yes, and ਸਾਰੀ ਦੁਨੀਆ ਨੂੰ ਅਸੀਂ ਲੈਸਨਸ ਦਿੰਦੇ ਹਾਂ ਡੈਮੋਕ੍ਰੇਸੀ ਦੇ। ਬਟ ਉਹਨਾਂ ਦੇ ਆਪਣੇ ਹੀ ਜਿਹੜੇ ਇਲੈਕਸ਼ਨਸ ਹੈ, ਪਿਛਲੀ ਵਾਰ ਵੀ ਜਦੋਂ ਇਲੈਕਸ਼ਨਸ ਹੋਏ ਸੀਗੇ there was some meddling, there was some outside powers ਨੇ ਇੰਟਰਫੇਰੈਂਸ ਸੀ। ਫਿਰ ਜੋ ਹੁਣ ਇਹਨਾਂ ਦੇ ਦੇਸ਼ 'ਚ ਹੋ ਰਿਹਾ ਕਿ ਉਹ ਡੈਮੋਕ੍ਰੇਸੀ ਹੈ, ਇਜ਼ ਇਟ ਡੈਮੋਕ੍ਰੈਟਿਕ? ਤੁਸੀਂ ਜਾਂ ਤਾਂ ਤੁਸੀਂ ਇਹ ਕਹੋ ਕਿ ਹਾਂ ਸਾਡੇ ਵੀ ਡੈਮੋਕ੍ਰੇਸੀ ਹੈ, ਲੇਕਿਨ ਚਲੋ ਅਸੀਂ ਵੀ ਪੂਰਨਤਾ ਹਾਸਿਲ ਨਹੀਂ ਕੀਤੀ ਹੈ, ਅਸੀਂ ਵੀ ਹਜੇ ਇੰਪਰੂਵ ਕਰਨਾ ਹੈ। ਬਟ ਇਹ ਤੇ ਮੰਨ ਕੇ ਚੱਲਦਾ ਨਾ ਕਿ ਅਸੀਂ ਅਲਟੀਮੇਟ ਹੈ ਨਾ, ਇੱਕ ਤਾਂ ਇਹ ਡਿਬੇਟੇਬਲ ਹੋ ਜਾਂਦਾ ਹੈ। ਨਾਓ ਨੰਬਰ 2, ਤੁਸੀਂ ਟਰੰਪ ਸਾਹਿਬ ਦੀ ਗੱਲ ਕਰ ਰਹੇ ਹੋ, ਬਾਈਡਨ ਦੀ ਗੱਲ ਕਰ ਰਹੇ ਹੋ, ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ ਕਿ ਟਰੰਪ ਸਾਹਿਬ ਆਲਮੋਸਟ ਲੱਗ ਹੀ ਰਿਹਾ ਹੈ ਕਿ ਸ਼ਾਇਦ there is a possibility, there is a hope. Now why there is a hope? ਬਹੁਤ ਸਾਰੇ ਅਮਰੀਕਨਸ ਇਹ ਮੰਨਦੇ ਨੇ ਕਿ ਜਿਹੜੇ ਬਾਈਡਨ ਸਾਹਿਬ ਹੈ ਉਹਨਾਂ ਨੇ ਅਮਰੀਕਾ ਨੂੰ ਲੈਟ ਡਾਊਨ ਕੀਤਾ। ਅਮਰੀਕਾ ਦੀ ਜਿਹੜੀ ਇੱਕ ਜਿਹੜੀ ਇਮੇਜ ਸੀ ਨਾ, ਲੋਕ ਡਰਦੇ ਸੀਗੇ, ਖੌਫ ਸੀ, ਹੈ ਨਾ, ਉਸ ਇਮੇਜ ਨੂੰ ਬਾਈਡਨ ਨੇ ਕਿਤੇ ਨਾ ਕਿਤੇ ਕੰਪਰੋਮਾਈਜ਼ ਕਰ ਦਿੱਤਾ ਹੈ। ਔਰ ਇਹਦਾ ਸਾਰਾ ਲਿੰਕੇਜਸ ਫਿਰ ਉਸੇ ਨਾਲ ਜਾਂਦਾ ਜਿਹੜਾ ਅਫਗਾਨਿਸਤਾਨ 'ਚ ਜਿੱਦਾਂ ਇਹ ਭੱਜੇ। ਤੁਸੀਂ ਜੇ ਅਫਗਾਨਿਸਤਾਨ ਨੂੰ ਵਕੇਟ ਕਰਨਾ ਸੀਗਾ ਤਾਂ ਦੇयर ਆਰ ਸੋ ਮੈਨੀ ਮੈਥਡ, ਲੇਕਿਨ ਉਹ ਜਿਸ ਤਰ੍ਹਾਂ ਦਿਖਾਇਆ ਗਿਆ ਕਿ ਅਸੀਂ ਇੱਥੋਂ ਭੱਜ ਰਹੇ ਹਾਂ ਜੋ ਵੀ ਹੈ, ਉਸਨੇ ਅਮਰੀਕਾ ਦੀ ਇਮੇਜ ਨੂੰ ਹਿਲਾ ਕੇ ਰੱਖ ਦਿੱਤਾ। ਫੋਲੋਡ ਬਾਈ ਕੋਵਿਡ ਨੇ ਵੀ ਅਮਰੀਕਾ ਦੇ ਉੱਤੇ ਵੀ ਬੜੇ ਕੁਐਸਚਨ ਮਾਰਕ ਆ ਗਏ। ਤੇ ਜਿਹੜੇ ਹੁਣ ਅਮਰੀਕਾ ਦੀ, ਮੈਨੂੰ ਇਹ ਲੱਗਦਾ, ਮੇਰੀ ਇਹ ਪਰਸਨਲ ਰਾਏ ਹੈ ਜੀ, ਕਿ ਟਰੰਪ ਤੇ ਲੋਕਾਂ ਨੂੰ ਲੱਗਦਾ ਹੈ ਕਿ ਸ਼ਾਇਦ ਉਹ ਜਿਹੜੀ ਅਮਰੀਕਾ ਦਾ ਇੱਕ ਦਬਦਬਾ ਸੀਗਾ, ਜਿਹੜਾ ਅਮਰੀਕਾ ਤੋਂ ਲੋਕ ਡਰਦੇ ਸੀਗੇ ਨਾ, ਅਮਰੀਕਾ ਦਾ ਮਤਲਬ ਅਮਰੀਕਾ ਹੁੰਦਾ ਸੀਗਾ, ਹੈ ਨਾ, ਸ਼ਾਇਦ ਉਹ ਵਾਲੀ ਇਮੇਜ ਦੁਬਾਰਾ ਟਰੰਪ ਸਾਹਿਬ ਲੈ ਆਉਣ, ਜਾਂ ਜਿੱਦਾਂ ਉਹ ਸਲੋਗਨ ਦਿੰਦੇ ਆ ਆਪਣੇ ਜਿੰਨੇ ਵੀ ਇਲੈਕਸ਼ਨ ਰੈਲੀਜ਼ ਹੁੰਦੀ ਹੈ, ਦੀ ਗ੍ਰੇਟ ਅਮਰੀਕਾ, ਮਤਲਬ ਜਿਹੜਾ ਸੀ ਪਹਿਲੇ ਸੀ ਅਸੀਂ ਹਮੇਸ਼ਾ ਹੀ ਗ੍ਰੇਟ ਅਮਰੀਕਾ ਰਹਿਣਾ, ਸ਼ਾਇਦ ਉਹ ਵੀ ਬਹੁਤ ਰਿਸਪੌਂਸਿਬਲ। ਜਾਂ ਹੋਰ ਜੋ ਇਮੀਗ੍ਰੈਂਟਸ ਨੇ ਉਹਨਾਂ ਦੀ ਪਾਲਿਸੀਜ਼ ਲੈ ਕੇ ਹਮੇਸ਼ਾ ਡਿਸਕਸ਼ਨ ਹੁੰਦੀ ਹੈ। ਇਮੀਗ੍ਰੈਂਟਸ ਤਾਂ ਮੈਨੂੰ ਯਾਦ ਆਇਆ, ਟਰੰਪ ਸਾਹਿਬ ਦੀ ਜਿਹੜੀ ਸਭ ਤੋਂ ਵੱਡੀ ਪਾਵਰ ਮੈਨੂੰ ਇਸ ਟਾਈਮ ਲੱਗ ਰਹੀ ਹੈ, ਆਪਣੇ ਜਿਹੜੇ ਰਾਮਾਸਵਾਮੀ ਹੈ, ਵਿਵੇਕ ਰਾਮਾਸਵਾਮੀ। ਨਾਓ ਹੀ ਇਜ਼ ਐਨ ਇਮੀਗ੍ਰੈਂਟ। ਉਹ ਕੋਈ ਬਹੁਤ ਅਮੀਰ ਬੈਕਗਰਾਊਂਡ ਤੋਂ ਨਹੀਂ ਹੈ, ਸਿੰਪਲ ਬੈਕਗਰਾਊਂਡ ਤੋਂ, ਮਤਲਬ ਉਹ ਅਮੀਰ ਬਣੇ ਨੇ, ਔਰ ਉਹ ਇੱਕ ਰੋਲ ਮਾਡਲ ਹੈ ਇਮੀਗ੍ਰੈਂਟਸ ਦੇ ਲਈ, ਥਰੂ ਹੈਲਪ ਆਫ ਹਿਜ਼ ਐਜੂਕੇਸ਼ਨ, ਵਿਜ਼ਡਮ, ਫੈਮਿਲੀ ਵੈਲਿਊਜ਼, ਹੈ ਨਾ, ਔਰ ਅਫਕੋਰਸ ਇੰਡੀਅਨ ਓਰੀਜਨ ਦੇ, ਤਾਂ ਇੰਡੀਅਨ ਦੇ ਸੰਸਕਾਰ ਵੀ ਉਹਨਾਂ ਦੇ ਅੰਦਰ DNA ਹੈ। ਤੇ and he is in his 30s, I suppose, ਜੇ ਮੈਂ ਗਲਤ ਨਹੀਂ ਹਾਂ ਤਾਂ। he is doing a wonderful job, ਬੜੇ ਹੀ ਮੈਚਿਓਰਡ ਇੱਕ ਪੋਲੀਟੀਸ਼ੀਅਨਸ ਵਾਂਗ ਉੱਭਰ ਰਹੇ ਨੇ। ਜਦੋਂ ਉਹਨਾਂ ਨੂੰ ਲੱਗਾ ਕਿ ਮੈਂ ਟਰੰਪ ਨੂੰ ਨਹੀਂ ਬੀਟ ਕਰ ਸਕਦਾ, he supported him and very positively। ਹਾਲਾਂਕਿ ਜਿਹੜੇ ਟਰੰਪ ਹੈ
ਉਹ ਵਿਵੇਕ ਰਾਮਾਸਵਾਮੀ ਨੂੰ ਕਈ ਵਾਰੀ ਕਹਿ ਦਿੰਦੇ ਹੀ ਇਜ਼ ਅ ਫਰਾਡ ਵਿਦਆਊਟ ਗਿਵਿੰਗ ਐਨੀ ਰੀਜ਼ਨ ਹੀ, ਬਟ ਜਿਹੜੇ ਵਿਵੇਕ ਹੈਗੇ ਉਹ ਉਹਨੂੰ ਇੰਨੀ ਅੱਛੀ ਤਰ੍ਹਾਂ ਜਵਾਬ ਦਿੰਦੇ ਆ। ਉਹ ਕਹਿੰਦੇ ਨਹੀਂ ਨਹੀਂ, ਟਰੰਪ ਇਜ਼ ਅ ਗ੍ਰੇਟ ਪਰਸਨ, ਹੀ ਕੈਨ ਬਿਕਮ, ਹੀ ਇਜ਼ ਵੈਰੀ ਗੁੱਡ ਫॉर ਅਮਰੀਕਾ। ਜੋ ਮੈਨੂੰ ਫਰਾਡ ਕਹਿ ਵੀ ਰਹੇ ਤੇ ਸ਼ਾਇਦ ਜਿਹੜਾ ਹੈ ਉਹਨਾਂ ਦੇ ਮੈਂਬਰਸ ਹੈ ਜਿਹੜੇ ਟਰੰਪ ਸਾਹਿਬ ਨੂੰ ਇਨਫੋਰਮੇਸ਼ਨ ਦਿੰਦੇ, ਸ਼ਾਇਦ ਉਹਨਾਂ ਦਾ ਕਸੂਰ ਹੋਏਗਾ। ਉਹ ਬਿਊਟੀਫੁਲੀ ਹੀ ਹੈਂਡਲਸ ਦਿਸ। ਤੇ ਇਨ ਕਮਿੰਗ ਟਾਈਮ ਹੁਣ ਇਹ ਵਾਲਾ ਜਿਹੜਾ ਇਲੈਕਸ਼ਨ ਹੈ ਉਹ ਤਾਂ ਹੈ ਹੀ ਹੈ, ਬਟ ਓਬਵੀਅਸਲੀ ਇਸ ਇਲੈਕਸ਼ਨ 'ਚੋਂ ਇਸ ਜਿਹਨੂੰ ਕਹਿੰਦੇ ਹਾਂ ਅਸੀਂ ਇਲੈਕਟੋਰਲ ਜਿਹੜਾ ਕੈਂਪੇਨਿੰਗ ਚੱਲ ਰਹੀ ਹੈ, ਜੇ ਕੋਈ ਸਟਾਰ ਨਿਕਲ ਕੇ ਆਇਆ ਜਾਂ ਜੇ ਕਿਸੇ ਦਾ ਜਨਮ ਹੋਇਆ ਤੇ ਵਿਵੇਕ ਰਾਮਾਸਵਾਮੀ ਇਜ਼ ਅ ਵੈਰੀ ਵੈਰੀ ਪ੍ਰੋਮਿਸਿੰਗ guy for coming elections of America. Nikki Haley? Nikki Haley ਤਾਂ ਫਿਰ ਨਾ, she is obviously is also doing a great job, but ਤੁਹਾਨੂੰ ਪਤਾ ਹੀ ਹੈ ਕਿ ਉਹ ਥੋੜੇ 10% ਮਾਰਜਿਨ ਤੋਂ ਜਾਂ 10 to 11% ਮਾਰਜਿਨ ਤੋਂ ਥੋੜਾ ਪਿੱਛੇ ਰਹਿ ਗਏ ਨੇ। ਤੇ ਲੇਕਿਨ ਨਿੱਕੀ ਹੈਰੀ ਦਾ ਮੈਨੂੰ ਲੱਗਦਾ ਨਾ, ਸ਼ੀ ਇਜ਼ ਨੋ ਮੋਰ ਸੇਲਿੰਗ ਇਨ ਅ ਬੋਟ, ਮੈਨੂੰ ਲੱਗਦਾ ਹੈ, ਮੈਂ ਗਲਤ ਹੋ ਸਕਦੀ ਹਾਂ। ਔਰ ਕਹਿੰਦੇ ਨੇ ਕਿ ਟਰੰਪ ਸਾਹਿਬ ਜੇ ਉਹ ਪ੍ਰੈਜ਼ੀਡੈਂਟ ਬਣਦੇ ਨੇ ਅਮਰੀਕਾ ਦੇ, ਬੜਾ ਕ੍ਰਿਟੀਕਲ ਜਿਹਾ ਰਹੇਗਾ ਇਹ ਸਿਚੁਏਸ਼ਨ। ਕਾਰਨ ਇਹ ਹੈ ਕਿ ਟਰੰਪ ਸਾਹਿਬ ਕਿਸੇ ਨੂੰ ਨਾਲ ਲੈ ਕੇ ਨਹੀਂ ਚੱਲਦੇ, ਉਹ ਇੱਕ ਬਿਜ਼ਨਸਮੈਨ ਨੇ ਔਰ ਹਰ ਥਾਂ ਦੇ ਉੱਤੇ ਇਕਨੋਮੀ, ਇਕਨੋਮਿਕਸ, ਟ੍ਰੇਡ, ਟੈਕਸਿਸ, ਇਹ ਸਭ ਚੀਜ਼ਾਂ ਉਹਨਾਂ ਦੀ ਕੰਸੀਡਰੇਸ਼ਨ ਰਹਿੰਦੀਆਂ ਨੇ। ਔਰ ਇੰਡੀਆ ਨੂੰ ਵੀ ਅਲਟੀਮੇਟਮ ਮਿਲਿਆ ਹੋਇਆ ਕਿ ਮੈਂ ਟੈਕਸਿਸ ਨੂੰ ਕੰਸੀਡਰ ਕਰਾਂਗਾ ਇਫ ਆਈ ਹੈਪਨ ਟੂ ਕਮ ਬੈਕ। ਸੋ ਇਹ ਚੀਜ਼ਾਂ ਹੁੰਦੀਆਂ ਨੇ। ਔਰ ਨਾਲ ਇਹ ਵੀ ਗੱਲ ਹੁੰਦੀ ਹੈ ਕਿ ਬਾਕੀ ਦੇਸ਼ ਵੀ ਇਸ ਚੀਜ਼ ਦੇ ਉੱਤੇ ਨਜ਼ਰ ਰੱਖਦੇ ਨੇ ਕਿ ਟਰੰਪ ਸਾਹਿਬ ਕਿੱਧਰ ਜਾ ਰਹੇ ਨੇ। ਉਹ ਕਹਿ ਰਹੇ ਨੇ ਕਿ ਮੈਂ ਇਹ ਵਾਰਸ ਦੋਵੇਂ ਖਤਮ ਕਰਦਾ, ਬਿਕੋਜ਼ ਮੈਂ ਏਡ ਦੇਣੀ ਬੰਦ ਕਰ ਦੇਣੀ ਹੈ। ਪੈਸਾ ਜੋ ਹੈ ਉਹ ਅਮਰੀਕਾ ਦੇ ਵਾਸਤੇ ਹੋਣਾ ਚਾਹੀਦਾ ਹੈ, ਵਾਰਸ ਵਾਸਤੇ ਨਹੀਂ ਹੋਣਾ ਚਾਹੀਦਾ। ਨਾਟੋ ਜਦੋਂ ਸਪੋਰਟ ਨਹੀਂ ਕਰੇਗਾ, ਔਰ ਉਹ ਨਾਟੋ ਨੂੰ ਵੀ ਕਹਿੰਦੇ ਨੇ ਸਪੋਰਟ ਕਰਨ ਦੀ ਜ਼ਰੂਰਤ ਨਹੀਂ ਹੈ। ਤੁਸੀਂ ਦੇਖੋ ਨਾ, ਵੈਸੇ ਦੇਖੋ ਗੱਲ ਤਾਂ ਸਹੀ ਹੈ। ਅਫਗਾਨਿਸਤਾਨ ਤੇ ਇਹਨਾਂ ਨੇ ਇੰਨਾ ਪੈਸਾ ਲਗਾਇਆ, ਫਿਰ ਉੱਥੋਂ ਇੰਨੀ ਇਨਫਰਾਸਟ੍ਰਕਚਰ ਛੱਡ ਕੇ ਤਾਂ ਭੱਜ ਗਏ, ਰਾਈਟ। ਫਿਰ ਯੂਕਰੇਨ 'ਚ ਦੇਖੋ ਕਿੰਨਾ ਪੈਸਾ ਪੰਪ ਇਨ ਕਰਾਇਆ। ਅਮਰੀਕਾ ਨੇ ਆਪਣਾ ਤਾਂ ਪੈਸਾ ਪੰਪ ਕੀਤਾ ਹੀ ਕੀਤਾ, ਨਾਲ ਜਿਹੜੀਆਂ ਵੈਸਟਰਨ ਕੰਟਰੀਜ਼ ਜਾਂ ਸੋ ਕਾਲਡ ਯੂਰਪੀਅਨ ਯੂਨੀਅਨ ਕਹਿ ਲਓ, ਯੂਰਪ ਕਹਿ ਲਓ, ਉਹਨਾਂ ਨੂੰ ਵੀ ਮਜਬੂਰ ਕੀਤਾ ਵੀ ਤੁਸੀਂ ਵੀ ਇੱਥੇ ਲਾਓ, ਹੈ ਨਾ। ਤੇ ਦੇਖੋ ਕਿਤੇ ਨਾ ਕਿਤੇ ਅਮਰੀਕਾ ਦੇ ਵਿੱਚ ਇਸ ਇਹਨਾਂ ਪਾਲਿਸੀਜ਼ ਨੂੰ ਕਰੈਕਟ ਕਰਨ ਦੀ ਤਾਂ ਲੋੜ ਹੈ। ਉਹ ਅਲੱਗ ਗੱਲ ਹੈ ਕਿ ਅਮਰੀਕਾ ਜਿੰਨੇ ਮਰਜ਼ੀ ਡਾਲਰ ਬੈਠ ਕੇ ਛਾਪੇ ਜਾਵੇ, ਕੋਈ ਪੁੱਛਣ ਵਾਲਾ ਨਹੀਂ। ਹਾਂ, ਔਰ ਉਹਨਾਂ ਨੂੰ ਪਰਵਾਹ ਵੀ ਨਹੀਂ ਹੁੰਦੀ ਜਿੱਦਾਂ। ਹਾਲਾਂਕਿ ਕੰਟਰੀਜ਼ ਲਾਈਕ ਰਸ਼ੀਆ ਐਂਡ ਅਦਰ ਕੰਟਰੀਜ਼ ਜਾਂ ਕੋਸ਼ਿਸ਼ ਕਰ ਰਹੇ ਹੈ ਡੀ ਡਾਲਰਾਈਜੇਸ਼ਨ ਵੱਲ ਜਾਣ ਨੂੰ, ਲੇਕਿਨ ਡੀ ਡਾਲਰਾਈਜੇਸ਼ਨ ਕੋਈ ਮਜ਼ਾਕ ਨਹੀਂ ਹੈਗਾ। ਇਹਨੂੰ ਵੀ ਕੋਈ 40-50 ਸਾਲ ਤਾਂ ਲੱਗ ਹੀ ਜਾਣਗੇ। ਮਤਲਬ ਡੀ ਡਾਲਰਾਈਜੇਸ਼ਨ ਦਾ ਇੱਕ ਸੁਪਨਾ ਜ਼ਰੂਰ ਦਿਖਾਇਆ ਜਾ ਰਿਹਾ, ਬਟ ਇਹਨੂੰ ਵੀ ਹਾਸਿਲ ਕਰਨਾ ਇਜ਼ ਲਿਟਲ ਚੈਲੰਜਿੰਗ। ਬਿਲਕੁਲ ਸਹੀ ਗੱਲ ਹੈ, ਕਿਉਂਕਿ ਕਾਫੀ ਸਾਲਾਂ ਦੀ ਮਿਹਨਤ ਹੈ ਅਮਰੀਕਾ ਦੀ ਜੋ ਇਹਦੇ 'ਚ ਲੱਗੀ ਹੋਈ ਹੈ। ਔਰ ਟਰੰਪ ਸਾਹਿਬ ਹੀ ਇਜ਼ ਰਾਈਟ ਕਿ ਇਹ ਸਾਰਾ ਪੈਸਾ ਵੇਸਟ ਹੋ ਰਿਹਾ, ਕਿਉਂਕਿ ਮੈਂ ਕਿਹਾ ਨਾ ਪਹਿਲਾਂ ਬਿਜ਼ਨਸਮੈਨ ਨੇ ਕਿ ਇਸ ਪੈਸੇ ਦੇ ਉੱਤੇ ਕੋਈ ਰਿਟਰਨ ਨਹੀਂ ਹੈ, ਇਹਦਾ ਕੋਈ ਫਾਇਦਾ ਨਹੀਂ ਹੋ ਰਿਹਾ, ਕੋਈ ਇੰਟਰਸਟ ਨਹੀਂ ਆ ਰਿਹਾ, ਕੋਈ ਇਹਦੇ 'ਚ ਪ੍ਰੋਫਿਟਸ ਨਹੀਂ ਹੋ ਰਹੇ। ਦੇਖੋ ਬਿਜ਼ਨਸ, ਤੁਸੀਂ ਕਹਿ ਰਹੇ ਬਿਜ਼ਨਸਮੈਨ, ਉਹ ਤਾਂ ਬਾਈਡਨ ਦੇ ਸਨ ਦਾ ਬਿਜ਼ਨਸ ਵੀ ਬੜਾ ਚਾਈਨਾ ਵਾਲਿਆਂ ਨਾਲ ਚੱਲਦਾ, ਉਹ ਤਾਂ ਸਾਨੂੰ ਸਾਰਾ ਪਤਾ ਹੀ ਹੈ। ਜੀ ਜੀ। ਬਿਜ਼ਨਸ ਦੇ ਨਾਲ ਨਾਲ ਇੱਕ ਮੈਨੂੰ ਲੱਗਦਾ ਹੈ ਇੱਕ ਜਿਹੜੇ ਸਾਡੇ ਨੈਸ਼ਨਲ ਇੰਟਰਸਟ ਹੈ ਨਾ, ਹੈ ਨਾ, ਇੱਕ ਜਿਹੜੀ ਕੋਆਰਡੀਨੇਸ਼ਨ ਹੋਣੀ ਚਾਹੀਦੀ ਨਾ ਬਿਟਵੀਨ ਦੀ ਡੀਪ ਸਟੇਟ ਐਂਡ ਬਿਟਵੀਨ ਦੀ ਸੋ ਕਾਲਡ ਪੋਲੀਟੀਕਲ ਪਾਵਰ ਹੋਲਡਰਸ, ਹੈ ਨਾ। ਇੱਥੇ ਕੁਛ ਨਾ ਕੁਛ ਮੈਨੂੰ ਲੱਗਦਾ ਸਮ ਪ੍ਰੋਬਲਮ ਇਜ਼ ਦੇਅਰ। ਔਰ ਮੈਨੂੰ ਇੱਕ ਚੀਜ਼ ਉਹਨਾਂ ਦੀ ਬੜੀ ਅਟਰੈਕਟ ਕਰਦੀ ਹੈ ਟਰੰਪ ਸਾਹਿਬ ਦੀ, ਜਦੋਂ ਇਹ ਕਹਿੰਦੇ ਨੇ ਨਾਟੋ ਇਜ਼ ਯੂਜ਼ਲੈਸ। ਸੋ ਨਾਟੋ ਕੰਟਰੀਜ਼ ਨੂੰ ਵੀ ਇਸ ਗੱਲ ਦੀ ਫਿਕਰ ਪੈ ਜਾਏਗੀ ਕਿ ਜੇ ਟਰੰਪ ਸਾਹਿਬ ਆਉਂਦੇ ਨੇ ਤਾਂ ਸਾਡਾ ਫਿਊਚਰ ਕੀ ਹੋ ਸਕਦਾ। ਸੋ ਇਹ ਕਈ ਗੱਲਾਂ ਨੇ। ਹੁਣ ਆਪਾਂ ਫਿਊਚਰ ਦੀ ਗੱਲ, ਭਾਰਤ ਦੀ ਗੱਲ ਕਰੀਏ। 2024 ਦੀਆਂ ਇਲੈਕਸ਼ਨਸ ਇੰਡੀਆ ਦੇ ਵਿੱਚ ਵੀ ਹੋਣੀਆਂ ਨੇ, ਔਰ ਬੀਜੇਪੀ ਬੜੇ ਪੁਰਜ਼ੋਰ ਤਰੀਕੇ ਨਾਲ ਹਰ ਚੀਜ਼ ਨੂੰ ਕਵਰ ਕਰਦੀ ਪਈ ਹੈ ਔਰ ਹਰ ਫਰੰਟ ਦੇ ਉੱਤੇ ਸਕਸੈਸਫੁਲੀ ਖੇਡਣ ਦੀ ਕੋਸ਼ਿਸ਼ ਕਰਦੀ ਪਈ ਹੈ। ਸੋ ਸਭ ਤੋਂ ਜ਼ਿਆਦਾ ਜਿਹੜਾ ਇਸ਼ੂ ਬਲੋ ਕੀਤਾ ਹੈ ਉਹ ਇਹ ਹੈ ਕਿ ਜੋ ਅਯੋਧਿਆ ਦੇ ਵਿੱਚ ਰਾਮ ਮੰਦਿਰ, ਔਰ ਕਾਫੀ ਸਾਲਾਂ ਦੀ ਸਟਰਗਲ ਤੋਂ ਬਾਅਦ ਇਸ ਦਾ ਨਿਰਮਾਣ ਹੋਣਾ ਔਰ ਪ੍ਰਾਣ ਪ੍ਰਤਿਸ਼ਠਾ ਕੰਪਲੀਟ ਹੋਣਾ, ਔਰ ਪੂਰੇ ਵਰਲਡ ਮੀਡੀਆ ਨੇ ਇਹਨੂੰ ਡਿਸਕਸ ਕੀਤਾ ਹੈ। ਔਰ ਜ਼ਿਆਦਾਤਰ ਵਰਲਡ ਮੀਡੀਆ ਇਸ ਨੂੰ ਇਸੇ ਤਰ੍ਹਾਂ ਹੀ ਲੈ ਰਿਹਾ ਹੈ ਕਿ ਇਟਸ ਅ ਪੋਲੀਟੀਕਲ ਮੂਵ। ਇਹ ਪੋਲੀਟੀਕਲ ਮੂਵ ਹੈ ਕਿਉਂਕਿ ਇੱਕ ਗੱਲ ਨੂੰ ਹਮੇਸ਼ਾ ਵਰਲਡ ਮੀਡੀਆ ਨੇ ਡਿਸਕਸ ਕੀਤਾ ਕਿ ਸ਼ੰਕਰਾਚਾਰਿਆ ਕਹਿੰਦੇ ਨੇ ਕਿ ਮੰਦਿਰ ਕੰਪਲੀਟ ਨਹੀਂ ਹੈ, ਦੈਨ ਵਾਈ ਪ੍ਰਾਣ ਪ੍ਰਤਿਸ਼ਠਾ, ਔਰ 2-4 ਮਹੀਨੇ ਹੋਰ ਕਿਉਂ ਨਹੀਂ ਵੇਟ ਕਰ ਸਕਦੇ, ਕਿਉਂਕਿ ਜੇ ਟਾਈਮ ਲਗਾਉਣਗੇ ਤਾਂ ਫਿਰ ਇਲੈਕਸ਼ਨਸ ਵਾਸਤੇ ਇਸ ਇਸ਼ੂ ਨੂੰ ਨਹੀਂ ਇਸਤੇਮਾਲ ਕਰ ਸਕਦੇ, ਕਿਉਂਕਿ ਇਲੈਕਸ਼ਨਸ ਪੈਂਡਿੰਗ ਨੇ ਔਰ ਕੋਡ ਆਫ ਕੰਡਕਟ ਲੱਗ ਜਾਏਗਾ। ਇਹ ਸਾਰੀਆਂ ਗੱਲਾਂ ਵਰਲਡ ਮੀਡੀਆ 'ਚ ਹੋਈਆਂ ਨੇ। ਸੋ ਇੱਕ ਹੀ ਇਮੇਜ ਬਣਦੀ ਪਈ ਹੈ ਇੰਡੀਆ ਦੀ ਪੂਰੇ ਵਰਲਡ ਦੇ ਵਿੱਚ, ਕਿਉਂਕਿ ਅਸੀਂ ਕਲੇਮ ਕਰਦੇ ਹਾਂ ਬੀਇੰਗ ਅ ਵਿਸ਼ਵ ਗੁਰੂ। ਦੇਖੋ ਮੈਨੂੰ ਨਾ ਇੱਥੇ ਇੱਕ ਯਾਦ ਆ ਰਿਹਾ ਕਿ ਜਿਹੜਾ ਅੱਜ ਦਾ ਈਰਾ ਨਾ, ਟੁਡੇਜ਼ ਈਰਾ ਇਜ਼ ਈਰਾ ਆਫ ਨੈਰੇਟਿਵਸ। 50 ਸਾਲ ਪਹਿਲੇ ਸੀਗਾ ਈਰਾ ਆਫ ਨਿਊਕਲੀਅਰ।
era of nuclear versus era of narrative ਦੇ ਵਿੱਚ ਜਿਹੜੀ ਟ੍ਰਾਂਜੀਸ਼ਨਲ ਫੇਜ਼ ਹੈ ਨਾ ਅਸੀਂ ਉਹਨੂੰ ਫੇਸ ਕਰ ਰਹੇ ਹਾਂ। ਦੇਖੋ 50 ਕੁ ਸਾਲ ਤੇ ਪਹਿਲੇ 1945 ਚ ਇਹਨਾਂ ਕੋ 1945-44 ਚ ਇਹਨਾਂ ਕੋ ਨਿਊਕਲੀਅਰ ਵੈਪਨਸ ਬਣ ਗਏ ਸੀਗੇ। ਇਹਨਾਂ ਨੇ ਜਿਹੜਾ ਦੁਨੀਆ ਨੂੰ ਜਦੋਂ ਚਲਾਉਣਾ ਸੀਗਾ ਨਿਊਕਲੀਅਰ ਵੈਪਨ ਦਾ ਡੰਡਾ ਫੜ ਕੇ ਚਲਾਇਆ, ਰਾਈਟ ਜੀ। ਨਿਊਕਲੀਅਰ ਵੈਪਨ ਦਾ ਜਿਹੜਾ ਇਸਤੇਮਾਲ ਹੋਇਆ ਹੀਰੋਸ਼ੀਮਾ ਨਾਗਾਸਾਕੀ ਸਾਨੂੰ ਪਤਾ ਹੈ। ਉਸ ਤੋਂ ਬਾਅਦ ਚਲੋ ਉਸ ਤੋਂ ਬਾਅਦ 50 ਸਾਲ ਇਹੀ ਕਹਾਣੀ ਚੱਲਦੀ ਰਹੀ, ਅਸੀਂ ਨਿਊਕਲੀਅਰ ਵੈਪਨ ਸੁੱਟ ਦਾਂਗੇ, ਅਸੀਂ ਇੱਦਾਂ ਕਰ ਦਾਂਗੇ, ਯੋ ਕਰ ਦਾਂਗੇ। ਸਭ ਤੋਂ ਜ਼ਿਆਦਾ ਤਾਂ ਥ੍ਰੈਟ ਪਾਕਿਸਤਾਨ ਵਾਲਿਆਂ ਨੇ ਇੰਡੀਆ ਨੂੰ ਦਿੱਤਾ ਸੀਗਾ ਕਿ ਉਹਨਾਂ ਦਾ ਤਾਂ ਬਟਨ ਤੇ ਹਮੇਸ਼ਾ ਹੀ ਉਂਗਲੀ ਰੱਖੀ, ਉਹਨਾਂ ਨੇ ਹਮੇਸ਼ਾ ਹੀ ਰੱਖਦੇ ਸੀਗੇ। ਹੁਣ ਉਹ ਈਰਾ ਖਤਮ ਹੋ ਗਿਆ। ਵੀ ਹੈਵ ਸੀਨ ਸੋ ਮੈਨੀ ਵਾਰਸ। ਅਸੀਂ ਯੂਕਰੇਨ ਵਾਰ ਦੇਖ ਲਿਆ, ਰਸ਼ੀਅਨ ਵਾਰ ਦੇਖ ਲਿਆ, ਕੋਈ ਨਿਊਕਲੀਅਰ ਦੀ ਕੋਈ ਉਹ ਗੱਲ ਹਜੇ ਵੀ 1-2 ਦਿਨ ਪਹਿਲੇ ਵੀ ਪੁਟਿਨ ਸਾਹਿਬ ਕਹਿ ਰਹੇ ਸੀ ਕਿ ਮੈਂ ਨਿਊਕਲੀਅਰ ਦਾ ਆਲਟਰਨੇਟਿਵ ਸੋਚ ਰਿਹਾ, ਬਟ ਉਹ ਈਰਾ ਖਤਮ ਹੈ। ਸੋ ਟੂਡੇਜ਼ ਤੁਸੀਂ ਮੀਡੀਆ ਨੂੰ ਰਿਪਰੈਜ਼ੈਂਟ ਕਰਦੇ ਹੋ, ਨੈਰੇਟਿਵਸ ਦੀ ਬੈਟਲ ਹੈ। ਜਿਹਨੇ ਜਿਹੜੀ ਕਿੱਦਾਂ ਦੀ ਕਹਾਣੀ ਬਣਾਈ, ਕਿੱਦਾਂ ਚਲਾਈ, ਕਿੱਥੇ ਚੱਲੀ। ਇੱਕ ਰਿਐਲਿਟੀ ਹੈ, ਇੱਕ ਪਰਸੈਪਸ਼ਨ ਬਣਾਈ ਜਾਂਦੀ ਹੈ। ਯੈਸ। ਹੁਣ ਇੰਡੀਆ ਦੇ ਜੇ ਅਸੀਂ ਮੀਡੀਆ ਦੀ ਗੱਲ ਕਰੀਏ, ਇੰਡੀਆ ਦੇ ਮੀਡੀਆ ਦੇ ਅੰਦਰ ਤਾਂ ਉਹਨਾਂ ਨੂੰ ਬਹੁਤ ਸੋਹਣਾ ਆ ਗਿਆ ਆਪਣਾ ਨੈਰੇਟਿਵ ਚਲਾਉਣਾ, ਰਾਈਟ। ਬਟ ਵੀ ਹੈਵ ਨਾਟ ਬੀਨ ਸਕਸੈਸਫੁਲ ਐਟ ਇੰਟਰਨੈਸ਼ਨਲ ਲੈਵਲ, ਜਾਂ ਸਾਡਾ ਉਹ ਸਟੈਂਡਰਡ ਹਜੇ ਨਹੀਂ ਅਸੀਂ ਹਾਸਿਲ ਕਰ ਪਾਏ। ਦੋ ਵੀ ਹੈਵ ਅਰਨਵ ਗੋਸਵਾਮੀ ਸਾਡੇ ਕੋਲ ਹੈ ਨਾ। ਬਟ ਜਿੱਦਾਂ ਹੁਣ ਕੰਟਰੀਜ਼ ਲਾਈਕ ਹੁਣ ਤੁਸੀਂ ਜਿੱਦਾਂ ਟਰਕੀ ਨੂੰ ਤੁਸੀਂ ਦੇਖ ਲਓ, ਅਲ ਜਜ਼ੀਰਾ ਦੇਖ ਲਓ, ਇਹਨਾਂ ਨੇ BBC ਤੁਸੀਂ ਲੈ ਲਓ, ਇਹਨਾਂ ਦੇ ਆਰ ਸੋ ਪਾਵਰਫੁਲ, ਠੀਕ ਹੈ। ਇਹਨਾਂ ਨੇ ਇੰਟਰਨੈਸ਼ਨਲੀ ਦੇ ਨੋ ਹਾਊ ਟੂ ਕੰਟਰੋਲ, ਠੀਕ ਹੈ। ਉੱਥੇ ਹਜੇ ਭਾਰਤ ਨੇ ਪਹੁੰਚਣਾ। France 24 is equally good. yes equally ਨਹੀਂ ਬੈਟਰ ਹੈ। ਮੇਰੇ ਕੋ ਸਕਿਪ ਹੋ ਗਿਆ ਫਰਾਂਸ ਦਾ। ਅਸੀਂ ਹਜੇ ਉਹ ਵਾਲਾ ਹਾਸਿਲ ਕਰਨਾ, ਅਸੀਂ ਹਜੇ ਉਹ ਕੀਤਾ ਨਹੀਂ ਹੈ। ਜਿੱਦਣ ਅਸੀਂ ਉਹ ਹਾਸਿਲ ਕਰ ਲਿਆ ਤੇ ਫਿਰ ਇਹਨਾਂ ਕੋ ਕੁਝ ਬੋਲਣ ਜੋਗਾ ਨਹੀਂ ਰਹਿਣਾ। ਦੇਖੋ ਜਦੋਂ ਵੀ ਕੋਈ ਇਵੈਂਟ ਹੁੰਦਾ ਨਾ, ਹੁਣ ਜੇ ਰਾਮ ਜਨਮ ਭੂਮੀ ਦਾ ਵੀ ਹੈ ਜਾਂ ਮੰਦਿਰ ਦੀ ਇਨੋਗ੍ਰੇਸ਼ਨ ਹੋਈ, ਤੇ ਹਰ ਵੇਲੇ ਹਮੇਸ਼ਾ 2 ਹੀ ਥਾਟਸ ਹੁੰਦੀਆਂ। ਇੱਕ ਜਿਹੜਾ ਐਂਟੀ ਇੰਡੀਆ ਉਹਨਾਂ ਨੇ ਉਹ ਆਪਣੇ ਫੈਕਟਸ ਲੈ ਕੇ ਆਉਣੇ ਆ, ਜਿਹੜੇ ਪ੍ਰੋ ਇੰਡੀਆ ਉਹਨਾਂ ਨੇ ਆਪਣੇ ਫੈਕਟਸ ਲੈ ਕੇ ਆਉਣੇ ਹੈ ਨਾ। ਔਰ ਇਹਦੇ ਵਿੱਚ ਜਿਹੜੀ ਪਬਲਿਕ ਹੈ ਉਹਨਾਂ ਨੇ ਆਪਣੇ ਪਰਸੈਪਸ਼ਨ ਦੇ ਆਧਾਰ 'ਤੇ ਜੋ ਨੈਰੇਟਿਵ ਬਿਲਡ ਕੀਤਾ ਜਾ ਰਿਹਾ, ਜੋ ਉਹਨਾਂ ਨੂੰ ਜਿੰਨਾ ਕੁ ਉਹਨਾਂ ਦਾ ਮਾਈਂਡ ਸੈੱਟ ਹੈ ਜਾਂ ਜੋ ਉਹਨਾਂ ਦੀਆਂ ਲੋੜਾਂ ਨੇ, ਜ਼ਰੂਰਤਾਂ ਨੇ। ਦੇਖੋ ਜੇ ਅੱਜ ਮੈਂ ਇੱਕ ਬਿਲੀਨਰ ਹੀ ਹਾਂ, ਜੇ ਮੈਨੂੰ ਕਿਹਾ ਜਾਵੇ ਮੰਦਿਰ ਬਣਿਆ, ਮੈਂ ਕਹੂੰਗੀ ਬਹੁਤ ਵਧੀਆ ਹੋ ਗਿਆ ਜੀ, ਮੈਂ ਵੀ ਇੰਨਾ ਦਾਨ ਦੇ ਦੇਣਾ, ਸਪੋਜ਼ ਇਫ ਆਈ ਐਮ ਅ ਹਿੰਦੂ। ਲੇਕਿਨ ਅਗਰ ਮੇਰੇ ਘਰ ਦਾਣੇ ਨਹੀਂ ਹੈਗੇ, ਜੇ ਮੇਰਾ ਚੂਲਾ ਨਹੀਂ ਜਲਦਾ ਪਿਆ, ਤੇ ਮੈਨੂੰ ਮੰਦਿਰ ਦੀ ਗੱਲ ਚੰਗੀ ਨਹੀਂ ਲੱਗੇਗੀ। ਮੈਂ ਇਹ ਕਹੂੰਗੀ ਕਿ ਮੈਨੂੰ ਤਾਂ ਪਹਿਲੇ ਮੇਰੇ ਘਰ ਦਾਣੇ ਦਿੱਤੇ ਜਾਣ ਜਾਂ ਮੇਰੀ ਨੌਕਰੀ ਲਗਵਾਈ ਦਿੱਤੀ ਜਾਣ। ਤੇ ਜੋ ਸਾਡੇ ਰਿਐਕਸ਼ਨਸ ਹੁੰਦੇ ਨਾ, ਉਹ ਸਾਡੇ ਜੋ ਪਰਸਨਲ ਸਰਕਮਸਟੈਂਸਿਸ ਹੈ ਉਹਦੇ 'ਤੇ ਵੀ ਬਹੁਤ ਜ਼ਿਆਦਾ ਡਿਪੈਂਡ ਕਰਦਾ ਹੈ। ਬਾਕੀ ਪੋਲੀਟੀਕਲ ਰੰਗ ਦੇਣ ਲਈ ਤਾਂ ਸਾਰਾ ਕੁਝ ਹੁੰਦਾ ਹੈ। ਜਾਂ ਜੇ ਮੀਡੀਆ ਦੀ ਗੱਲ ਕਰੋ ਤਾਂ ਇਹ ਵੀ ਗੱਲ ਕਹੀ ਜਾਂਦੀ ਹੈ ਕਿ ਇਟਸ ਅ ਵਨ ਮੈਨ ਸ਼ੋ, ਹੋਰ ਕੋਈ ਵਿਖਾਈ ਨਹੀਂ ਦਿੱਤਾ, ਸਿਰਫ PM ਸਾਡੇ ਇੰਡੀਆ ਦੇ ਹੀ ਵਿਖਾਈ ਦਿੱਤੇ ਨੇ ਉੱਥੇ। ਯੈਸ, ਬਿਲਕੁਲ। ਔਰ ਅਗਰ ਅਸੀਂ ਅੰਤਰਰਾਸ਼ਟਰੀ ਸਤਰ ਤੋਂ ਜੇ ਅਸੀਂ ਰਾਮ ਜਨਮ ਜਿਹੜਾ ਮੰਦਿਰ ਦੀ ਇਨੋਗ੍ਰੇਸ਼ਨ ਹੋਈ, ਜੇ ਅਸੀਂ ਇਹਨੂੰ ਸਟੱਡੀ ਕਰਨਾ ਹੈ, ਤੁਸੀਂ ਪਿਛਲੇ 2-2.5 ਸਾਲਾਂ ਤੋਂ ਦੇਖੋ, ਜਦੋਂ ਦੀ ਅਸੀਂ ਵੈਕਸੀਨ ਦਿੱਤੀ ਹੈ, ਇੰਡੀਆ ਨੇ ਹਮੇਸ਼ਾ BJP ਦੀ ਇੱਕ ਕੋਸ਼ਿਸ਼ ਰਹੀ ਹੈ ਫੋਰਨ ਇੰਟਰਨੈਸ਼ਨਲ ਲੈਵਲ 'ਤੇ ਕਿ ਅਸੀਂ ਇੰਡੀਆ ਨਾਲ ਨਿਊਜ਼ 'ਚ ਬਣਿਆ ਰਹੇ, ਸਾਡਾ ਡੰਗਾ ਬਚਦਾ ਰਹੇ। ਕਦੇ ਅਸੀਂ ਚੰਦਰਯਾਨ, ਕਦੀ ਉਹ ਸੋਲਰ ਦਾ ਕਰ ਲੈਂਦੇ ਅਸੀਂ, ਸਨ ਦਾ, ਹੈ ਨਾ। ਔਰ ਫਿਰ ਸਾਡੀ G20 ਹੋਈ, ਠੀਕ ਹੈ। ਫਿਰ ਹੁਣ ਰਾਮ ਜਨਮ ਭੂਮੀ, ਹੁਣ ਜੀ ਅਮਰੀਕਨਸ ਨੇ ਮਨਾ ਕੀਤਾ, ਅਸੀਂ ਮੈਕਰੋਨ ਨੂੰ ਲੈ ਆਏ ਹਾਂ। ਹੁਣ ਮੈਕਰੋਨ ਤੋਂ ਉਹਨਾਂ ਦੀ ਡੀਲ ਹੋਈ, ਉਹਨੂੰ ਛੁਪਾ ਕੇ ਰੱਖਿਆ ਹੋਇਆ, ਉਹ ਵੀ 4-5 ਦਿਨਾਂ ਬਾਅਦ ਕੱਢ ਲੈਣਗੇ। ਬਟ ਇੰਡੀਆ ਹੈਜ਼ ਬਿਨ ਸਕਸੈਸਫੁਲ ਇਨ ਨੌਕਿੰਗ ਦੀ ਵਰਲਡ। ਦੇਖੋ ਅੱਜ ਸਾਡੇ ਇਹ ਹੋ ਗਿਆ। ਪਤਾ ਕਿ ਅੱਜ ਦੀ ਦੁਨੀਆ 'ਚ ਨਾ ਤੁਹਾਨੂੰ ਰੋਲਾ ਪਾਉਣਾ ਪੈਣਾ, ਤੁਹਾਨੂੰ ਸ਼ੋਰ ਪਾਉਣਾ ਪੈਣਾ ਕਿ ਅਸੀਂ ਹੈਗੇ ਹਾਂ। ਐਗਜ਼ੈਕਟਲੀ, ਹੈ ਨਾ। ਐਗਜ਼ੈਕਟਲੀ। ਇਹ ਜਿਹੜੀ ਇਨੋਗ੍ਰੇਸ਼ਨ ਹੈ, ਠੀਕ ਹੈ, ਮੰਦਿਰ ਬਣਾਇਆ, ਬਹੁਤ ਅੱਛੀ ਗੱਲ ਹੈ। ਹੁਣ ਕੁਛ ਜਿਹੜੇ ਮੀਡੀਆ ਵਾਲੇ ਕਹਿ ਰਹੇ ਜੀ, ਹੁਣ ਜਿੱਦਾਂ ਚਾਈਨਾ, ਪਾਕਿਸਤਾਨ, ਟਰਕੀ, ਅਲ ਜਜ਼ੀਰਾ, ਇਹ ਕਹਿ ਰਹੇ ਜੀ ਮੌਸਕ ਢਾਹ ਕੇ ਤਾਂ ਬਣਾਤਾ, ਹੈ ਨਾ। ਲੇਕਿਨ ਕੋਈ ਵੀ ਇਹ ਨਹੀਂ ਦੱਸ ਰਿਹਾ ਕਿ 90,000 ਡਾਕੂਮੈਂਟ ਸੀਗੇ, ਰਾਈਟ ਫਰੋਮ ਮੁਗਲ ਪੀਰੀਅਡ ਟੂ ਵੇਦਾਸ ਟੂ ਉਪਨਿਸ਼ਦ, ਜਿਹੜਾ ਕਿ ਸੁਪਰੀਮ ਕੋਰਟ ਨੇ ਸਟੱਡੀ ਕੀਤੀ ਔਰ ਇੰਨੀ ਲੰਬੀ ਬੈਟਲ ਚੱਲੀ। ਔਰ 25 ਕਿਲੋਮੀਟਰ ਦੂਰ 'ਤੇ ਮਸਜਿਦ ਬਣਨ ਦੀ ਜਗ੍ਹਾ ਵੀ ਦਿੱਤੀ ਗਈ। ਉਹ ਮਸਜਿਦ ਦੇ ਜਿਹੜੇ ਮੈਂਬਰ ਹੈ ਸ਼ੇਖ ਸਾਹਿਬ ਨੇ, ਔਰ ਉਹ ਜਿਹੜੇ ਸ਼ੇਖ ਹੈ, ਮੈਨੂੰ ਪੂਰਾ ਨਾਮ ਨਹੀਂ ਯਾਦ ਆ ਰਿਹਾ,
ਉਹ ਬੀਜੇਪੀ ਦੇ ਐਮਐਲਏ, ਓਕੇ, ਇਹ ਲੋਕਾਂ ਨੂੰ ਨਹੀਂ ਪਤਾ ਹੂੰ, ਹੈ ਨਾ। ਹੁਣ ਹੋ ਕੀ ਰਿਹਾ ਹੈ, ਇੱਕ ਦੋਨੋਂ ਪਾਸੇ ਜਿਹੜੇ ਪ੍ਰੋ ਮੋਦੀ ਹੈ ਤੇ ਜਿਹੜੇ ਐਂਟੀ ਮੋਦੀ ਹੈ, ਲੋਕਾਂ ਤੱਕ ਰਿਐਲਿਟੀ ਨਹੀਂ ਪਹੁੰਚ ਰਹੀ ਹੈ। ਜੋ ਜਿਹਨੂੰ ਸੋਹਣਾ ਲੱਗਦਾ ਉਹ ਉਹਨਾਂ ਕੁ ਬਸ ਦਿਖਾਈ ਜਾ ਰਿਹਾ ਹੈ, ਪਰ ਲੋਕ ਸਿਆਣੇ ਨੇ। ਮੈਂ ਇੱਥੇ ਹੀ ਕਹੂੰਗੀ, ਪੀਪਲ ਆਰ ਇੰਟੈਲੀਜੈਂਟ, ਦੇ नो। या दे नो। और देखो कुछ भी है, पॉलिटिक्स तो हर ਥਾਂ ਤੇ ਹੈ, ਇਟ ਇਜ਼ ਬਟ ਅ ਪੋਲੀਟੀਕਲ ਡਿਸੀਜਨ। ਬਿਲਕੁਲ ਠੀਕ ਕਹਿੰਦੇ ਨੇ, ਇੱਕ ਤਰ੍ਹਾਂ ਨਾਲ। ਹਾਂ, ਇੱਕ ਚੀਜ਼ ਮੈਂ ਹੋਰ ਕਹਿਣਾ ਚਾਹੂੰਗੀ, ਦੇਖੋ ਜਦੋਂ ਵੀ ਕੋਈ ਦੇਸ਼ ਗਰੋ ਕਰਦਾ ਨਾ, ਜਿੱਦਾਂ ਕੋਈ ਗਲੀ 'ਚ ਨਵਾਂ ਅਮੀਰ ਹੁੰਦਾ, ਉਹ ਆਪਣੀ ਕੋਠੀ ਨੂੰ ਪੇਂਟ ਪਾਲਿਸ਼ ਕਰਾਉਂਦਾ ਹੈ, ਗੱਡੀ ਨਵੀਂ ਲੈਂਦਾ ਹੈ, ਜ਼ਮੀਨਾਂ ਖਰੀਦਦਾ ਹੈ ਨਾ, ਪਾਰਟੀਜ਼ ਰੱਖਦਾ ਹੈ। ਇੱਦਾਂ ਹੀ ਜਦੋਂ ਕੋਈ ਦੇਸ਼ ਉੱਭਰ ਰਿਹਾ ਹੁੰਦਾ ਨਾ, ਉਹ ਆਪਣੇ ਕਲਚਰ ਨੂੰ ਅੱਗੇ ਲੈ ਕੇ ਆਉਂਦਾ ਹੈ। ਯਾ ਮੈਨੂੰ ਇੱਥੇ ਚਾਈਨਾ ਦੀ ਯਾਦ ਆ ਰਹੀ, ਜਦੋਂ ਚਾਈਨਾ ਨਵਾਂ ਜਦੋਂ ਗਰੋ ਕਰ ਰਿਹਾ ਸੀਗਾ, ਚਾਈਨਾ ਵੀ ਕਲਚਰਲ ਰੈਵੋਲੂਸ਼ਨ ਲੈ ਕੇ ਆਇਆ ਸੀਗਾ, ਜਿਹਨੇ ਆਪਣੇ ਕਲਚਰ ਨੂੰ ਲਿਫਟ ਕੀਤਾ। ਹੁਣ ਇੱਥੇ ਮੋਦੀ ਸਾਹਿਬ ਵੀ ਆਪਣੇ ਕਲਚਰ ਨੂੰ ਲਿਫਟ ਕਰਨ ਦੀ ਕੋਸ਼ਿਸ਼ ਕਰ ਰਹੇ। ਕਿੱਦਾਂ? ਉਹ ਕਹਿੰਦੇ ਸੁਪਰ ਪਾਵਰ ਨਹੀਂ, ਨਾਟ ਸੁਪਰ ਪਾਵਰ, ਵਿਸ਼ਵ ਗੁਰੂ। ਉਹ ਕਹਿ ਰਹੇ ਕਿ ਅਸੀਂ ਨਾ ਤਾਂ ਵੈਸਟਰਨ ਥਾਟ ਤੋਂ ਇਨਫਲੂਐਂਸਡ, ਨਾ ਅਸੀਂ ਵੈਸਟਰਨ ਜਿਹੜੇ ਇੰਸਟੀਟਿਊਸ਼ਨ ਅਸੀਂ ਉਹਨਾਂ ਤੋਂ ਨੇ, ਅਸੀਂ ਆਪਣੇ ਕਲਚਰ ਤੋਂ ਪ੍ਰਭਾਵਿਤ ਹਾਂ। ਉਹ ਕਹਿੰਦੇ ਕਿ ਫਰੋਮ ਰਾਜਨੀਤੀ ਟੂ ਰਾਮਨੀਤੀ। ਹੁਣ ਰਾਮਨੀਤੀ ਹੋਏਗੀ ਜਾਂ ਨਹੀਂ ਹੋਏਗੀ, ਇਹ ਡਿਫਰੈਂਟ ਇਸ਼ੂ ਹੈ, ਲੇਕਿਨ ਅਸੀਂ ਦੁਨੀਆ ਨੂੰ ਸੰਦੇਸ਼ ਤਾਂ ਦਿੱਤਾ। ਯਾ ਬਟ ਇੱਕ ਚੀਜ਼ ਹੈ, ਆਫ ਕੋਰਸ ਇਹਦੇ 'ਚ ਇਹ ਸਾਰੇ ਪੁਆਇੰਟਸ ਨੇ ਕਿ ਅਸੀਂ ਕਿੰਨੇ ਐਕਸੈਪਟੇਬਲ ਹਾਂ। ਯੈਸ, ਆਫ ਕੋਰਸ ਪੋਲੀਟਿਕਸ ਇਜ਼ देयर, ਉਸ ਤੋਂ ਬਿਨਾਂ ਤਾਂ ਹੋ ਹੀ ਨਹੀਂ ਸਕਦਾ। ਯੈਸ, ਸੈਕੰਡਲੀ ਇਹ ਵੀ ਪੁਆਇੰਟ ਹੈ ਕਿ ਡਿਲੇ ਕਿਉਂ ਨਹੀਂ ਕਰ ਸਕਦੇ ਸੀ ਹੋਰ, ਕਿਉਂਕਿ ਇਲੈਕਸ਼ਨਸ ਡਿਊ ਨੇ। Elections ਦੈਟ ਇਜ਼ ਵਾਈ ਇਟ ਇਜ਼ ਅ ਪੋਲੀਟੀਕਲ Yes. ਗੇਮ, ਐਵਰੀਬਡੀ ਅੰਡਰਸਟੈਂਡਸ Yes. ਇਟ। ਸੈਕੰਡ, ਐਕਸੈਪਟੇਬਿਲਿਟੀ, ਕਿਉਂਕਿ ਅਸੀਂ ਵੀ ਆਪਣੇ ਆਪ ਨੂੰ ਵਿਸ਼ਵ ਗੁਰੂ ਕਹਿ ਰਹੇ ਹਾਂ, ਦੈਟਸ ਓਕੇ। ਅਸੀਂ ਕਹਿ ਰਹੇ ਹਾਂ ਰਾਜਨੀਤੀ ਤੋਂ ਰਾਮਨੀਤੀ, ਦੈਟਸ ਮੈਂ ਓਕੇ। ਇੱਕ ਚੀਜ਼ ਹੋਰ ਕਹਿਣਾ ਚਾਹੂੰਗੀ, ਸੌਰੀ ਮੈਂ ਤੁਹਾਨੂੰ ਇੰਟਰਰਪਟ ਕਰ ਰਹੀ ਹਾਂ। ਜੇ ਤੁਸੀਂ ਇੰਡੀਅਨ ਕਨਸਟੀਟਿਊਸ਼ਨ ਦੇਖੋ, ਜਿਹੜੇ ਲੋਕ ਇਹ ਕਹਿ ਰਹੇ ਕਿ ਇੰਡੀਆ ਦਾ ਸੈਕੂਲਰਿਜ਼ਮ ਖਤਰੇ 'ਚ ਆ ਗਿਆ, ਜਿਹੜੀ ਓਰੀਜਨਲ ਕਾਪੀ ਅਸੀਂ ਜਦੋਂ ਚੁੱਕ ਕੇ ਦੇਖਦੇ ਹਾਂ ਕਨਸਟੀਟਿਊਸ਼ਨ ਦੀ, ਤੁਹਾਨੂੰ ਪਤਾ ਹੈ ਉੱਥੇ ਜਦੋਂ ਫੰਡਾਮੈਂਟਲ ਰਾਈਟਸ ਚੈਪਟਰ 3 ਅਸੀਂ ਦਿੰਦੇ ਹਾਂ, ਜਿਹੜੇ ਸਾਰੇ ਲੋਕਾਂ ਨੂੰ ਅਸੀਂ ਇੰਡੀਅਨਸ ਨੂੰ ਅਧਿਕਾਰ ਦਿੱਤਾ ਹੋਇਆ ਹੈ, ਉੱਥੇ ਇੱਕ ਪੂਰੀ ਰਮਾਇਣ ਦੀ ਇੱਕ ਪੂਰੀ ਪਿਕਚਰ ਡਿਪਿਕਟ ਕੀਤੀ ਗਈ ਹੈ ਜਦੋਂ ਅਸੀਂ ਫੰਡਾਮੈਂਟਲ ਰਾਈਟਸ ਦੇ ਰਹੇ ਹਾਂ। ਇਹ ਕਨਸਟੀਟਿਊਸ਼ਨ ਦੇ ਵਿੱਚ ਇਹ ਫੋਟੋਜ਼ ਬਣੀਆਂ ਹੋਈਆਂ। ਮੇਰੇ ਕੋਲ ਓਰੀਜਨਲ ਕਨਸਟੀਟਿਊਸ਼ਨ ਪਿਆ, ਮਤਲਬ ਮੇਰੇ ਕੋਲ ਉਹਦੀ ਸੌਫਟ ਕਾਪੀ ਹੈ। ਆਈ ਮੀਨ ਅਗਰ ਮੇਰੇ ਕੋਲ ਇੰਤਜ਼ਾਮ ਹੁੰਦੇ ਤਾਂ ਮੈਂ ਤੁਹਾਡੇ ਚੈਨਲ ਦੇ ਥਰੂ ਦਿਖਾਉਂਦੀ। ਇੱਦਾਂ ਹੀ ਜਿਹੜੇ ਸਾਡੇ ਡਾਇਰੈਕਟਿਵ ਪ੍ਰਿੰਸੀਪਲਸ ਹੈ, ਡਾਇਰੈਕਟਿਵ ਪ੍ਰਿੰਸੀਪਲਸ ਦਾ ਮਤਲਬ ਸਟੇਟ ਨੂੰ ਕਿਵੇਂ ਚੱਲਣਾ ਚਾਹੀਦਾ ਹੈ, ਉੱਥੇ ਕ੍ਰਿਸ਼ਨਾ ਦਾ ਪੂਰੀ ਇਨਸਕ੍ਰਿਪਸ਼ਨ ਹੈ। ਤੇ ਸਾਡੇ ਜਿਹੜੇ ਲੋਕ ਕਹਿ ਰਹੇ ਨੇ ਸੈਕੂਲਰ ਦੀ, ਪਹਿਲੇ ਤਾਂ ਸੈਕੂਲਰ ਵਰਡ ਨੂੰ ਸਮਝਣਾ ਪਏਗਾ ਸਾਨੂੰ ਕਿ ਸੈਕੂਲਰ ਦਾ ਮਤਲਬ ਜਿਹਦੇ ਵਿੱਚ ਧਰਮ ਦਾ ਕੋਈ ਲੈਣਾ ਦੇਣਾ ਨਾ ਹੋਵੇ, ਰਾਈਟ। ਲੇਕਿਨ ਅਗੇਨ ਇੱਥੇ ਧਰਮ ਜਿਹੜਾ ਇੰਡੀਆ ਜਿਸ ਧਰਮ ਦੀ ਗੱਲ ਕਰ ਰਿਹਾ ਹੈ, ਇੰਡੀਆ ਕਹਿ ਰਿਹਾ ਕਿ ਧਰਮ ਦਾ ਮਤਲਬ ਹੈ ਡਿਊਟੀਜ਼, ਸਾਡੀ ਵੈਲਿਊਜ਼। ਧਰਮ ਦਾ ਮਤਲਬ ਰਿਲੀਜੀਅਨ ਨਹੀਂ ਹੈ, ਜੋ ਕਿ ਵੈਸਟਰਨ ਕੰਟਰੀਜ਼ ਨੇ ਇੱਕ ਜਿਹੜਾ ਮੀਨਿੰਗ ਦਿੱਤੀ ਹੋਈ ਹੈ। ਐਗਜ਼ੈਕਟਲੀ। ਔਰ ਆਪਾਂ ਇਹਨੂੰ ਸਮ ਅਪ ਇਸ ਤਰ੍ਹਾਂ ਕਰਾਂਗੇ ਕਿ ਕਨਸਟੀਟਿਊਸ਼ਨ ਬਿਲਕੁਲ ਠੀਕ ਹੁੰਦਾ ਹੈ, ਧਰਮ ਬਿਲਕੁਲ ਠੀਕ ਹੁੰਦਾ ਹੈ, ਗ੍ਰੰਥ ਬਿਲਕੁਲ ਠੀਕ ਹੁੰਦੇ ਨੇ, ਸਭ ਕੁਝ ਠੀਕ ਹੁੰਦਾ ਹੈ, ਪਰ ਉਸ ਨੂੰ ਲਾਗੂ ਕਰਨ ਵਾਲੇ ਇਨਸਾਨ ਠੀਕ ਹੈਗੇ ਨੇ ਕਿ ਨਹੀਂ ਠੀਕ ਹੈਗੇ, ਉੱਥੇ ਡਿਪੈਂਡ ਹੋਏਗਾ। ਸਾਰੀ ਕਹਾਣੀ ਇੱਥੋਂ ਹੀ ਸ਼ੁਰੂ ਹੁੰਦੀ ਤੇ ਇੱਥੋਂ ਹੀ ਖਤਮ ਹੁੰਦੀ ਹੈ। ਯੈਸ, ਉਹਨਾਂ ਦੀ ਨੀਅਤ ਕਿੱਦਾਂ ਦੀ ਹੈ। ਜੇ ਉਹਨਾਂ ਦੀ ਨੀਅਤ ਠੀਕ ਹੈ ਤਾਂ ਨੀਤੀ ਠੀਕ ਬਣੇਗੀ, ਜੇ ਨੀਅਤ ਠੀਕ ਨਹੀਂ ਤਾਂ ਨੀਤੀ ਠੀਕ ਨਹੀਂ ਬਣੇਗੀ, ਫਿਰ ਨੀਤੀ ਨਰਕ ਬਣ ਜਾਏਗੀ। ਪੂਰੀ ਦੁਨੀਆ 'ਚ ਅਸੀਂ ਇਹ ਦੇਖਦੇ ਪਏ ਹਾਂ, ਔਰ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਦੇ ਵਿੱਚ ਵੀ ਅਸੀਂ ਇਹੀ ਦੇਖਦੇ ਪਏ ਹਾਂ। ਸੋ ਥੈਂਕ ਯੂ ਸੋ ਮਚ ਕਿ ਤੁਸੀਂ ਇਹਨਾਂ ਸਾਰੇ ਟੌਪਿਕਸ ਦੇ ਉੱਤੇ ਸਾਨੂੰ ਐਨਲਾਈਟਨ ਕੀਤਾ, ਔਰ ਇਹ ਐਕਟੀਵਿਟੀਜ਼ ਇਸ ਤਰ੍ਹਾਂ ਹੀ ਚੱਲਦੀਆਂ ਰਹਿਣ, ਔਰ ਅਸੀਂ ਤੁਹਾਡੇ ਕੋਲ ਆਉਂਦੇ ਰਹੀਏ ਔਰ ਐਨਲਾਈਟਨ ਹੁੰਦੇ ਰਹੀਏ। ਥੈਂਕ ਯੂ ਵੈਰੀ ਮਚ ਫॉर ਦਿਸ ਵੰਡਰਫੁਲ ਟਾਕ। ਥੈਂਕ ਯੂ ਜੀ। ਅਸੀਂ ਆਪਣੇ ਦਰਸ਼ਕਾਂ ਨੂੰ ਗੁਜ਼ਾਰਿਸ਼ ਕਰਦੇ ਹਾਂ ਕਿ ਤੁਸੀਂ ਜ਼ਰੂਰ ਸਾਨੂੰ ਆਪਣੇ ਵਿਚਾਰ ਇਨਬਾਕਸ ਕਰੋ। ਸਾਡਾ ਚੈਨਲ ਪੰਜਾਬ ਮੇਲ USA TV ਸਬਸਕ੍ਰਾਈਬ ਕਰੋ। ਸਤਿ ਸ਼੍ਰੀ ਅਕਾਲ।